ਤੇ ਭਾਰਤ ਦੀ ਜਿਹਨਾਂ ਨੇ ਲੜੀ ਉਹ ਤੁਹਾਡੇ ਲਈ ਸ਼ਹੀਦ ਹੋ ਸਕਦੇ, ਸਾਡੇ ਲਈ ਅੱਤਵਾਦੀ ਹੈਗੇ, ਸਾਡੇ ਲਈ ਸ਼ਹੀਦ ਨਹੀਂ ਹੈਗੇ। ਕਰਤਾਰ ਸਿੰਘ ਸਰਾਭਾ ਨੂੰ ਕੀ ਮੰਨ? ਕਰਤਾਰ ਸਿੰਘ ਸਰਾਭਾ ਸ਼ਹੀਦ ਹੈ, ਉਹਨਾਂ ਨੂੰ ਖੁੰਝੇ ਕਿਉਂ ਲਾਏ? ਭਾਰਤ ਲਈ ਲੜ ਰਹੇ। ਇੱਥੇ ਤੁਸੀਂ ਵੀ ਦੋਗਲੀ ਗੱਲ ਕਰ ਰਹੇ ਹੋ ਕਿ ਜੇ ਕਰਤਾਰ ਸਿੰਘ ਸਰਾਭਾ ਵੀ ਚਾਹੇ ਉਹ ਸਿੱਖ ਸੀ, ਕੁਛ ਸੀ, ਲੜਿਆ ਤਾਂ ਵੀ ਭਾਰਤ ਲਈ ਸੀ। ਦਿੱਲੀ ਆ ਜਿਹੜੀ, ਉਹਨਾਂ ਨੇ ਗਾਂਧੀ ਭਾਰਿਆ, ਤਾਂ ਹੀ ਤਾਂ ਨੋਟਾਂ 'ਤੇ ਬੈਠਾ ਨਾ। ਸੰਤ ਜਰਨੈਲ ਸਿੰਘ ਹੋਰਾਂ ਨੇ ਆਪਦੇ ਮੂੰਹ ਕਿਹਾ ਹੋਇਆ ਵੀ ਗਾਂਧੀ ਦਾ ਥਾਂ ਨਹੀਂ ਉਹ ਭਗਤ ਸਿੰਘ ਨੂੰ ਵੀ ਭਾਰਤ ਨੂੰ ਆਜ਼ਾਦੀ ਤਾਂ ਭਗਤ ਸਿੰਘ ਨੂੰ ਦਵਾਈ ਨਾ, ਸਿੱਖਾਂ ਦੀ ਆਜ਼ਾਦੀ ਲਈ ਕਿਤੇ ਰੋਲ ਨਹੀਂ ਉਹਨਾਂ ਦਾ। ਜੇਕਰ ਨੋਟਾਂ ਦੇ ਫੋਟੋ ਲਾਉਣੀ ਸਿੱਖਾਂ ਨੇ ਆਪਦੇ ਦੇਸ਼ ਦੇ ਵਿੱਚ ਤਾਂ ਸੰਤ ਜਰਨੈਲ ਸਿੰਘ ਹੋਰਾਂ ਦੀ ਲੱਗੂਗੀ। ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਿਹਾ ਸੀ ਕਿ ਜਦ ਦਰਬਾਰ ਸਾਹਿਬ ਤੇ ਹਮਲਾ ਹੋ ਤੇ ਸਾਰੇ ਸਿੱਖ ਇੱਧਰ ਨੂੰ ਕੂਚ ਕਰ, ਤੇ ਮਾਨ ਸਾਹਿਬ ਕਹਿੰਦੇ ਵੀ ਮਾਨ ਸਾਹਿਬ ਨੂੰ ਪੱਤਰਕਾਰ ਸਵਾਲ ਕਰਦਾ ਜੀ ਤੁਸੀਂ ਕਿਉਂ ਨਹੀਂ ਗਏ? ਕਹਿੰਦੇ ਮੈਂ ਮੋਟਰ ਤੇ ਨਹਾਈ ਜਾਂਦਾ ਸੀ, ਮੈਂ ਤਾਂ ਨਹੀਂ ਗਿਆ। ਮੈਨੂੰ ਸੰਤਾਂ ਨੇ ਕਿਹਾ ਵੀ ਨਹੀਂ ਸੀ, ਵੀ ਸੰਤਾਂ ਨੇ ਇਕੱਲੇ ਮਾਨ ਸਾਹਿਬ ਨੂੰ ਕਹਿਣਾ ਸੀ। ਉਹ ਮੇਰੇ ਧਿਆਨ 'ਚ ਨਹੀਂ ਵੀ ਉਹਨਾਂ ਨੇ ਕੀ ਇਹਦੇ ਤੇ ਪ੍ਰਤੀਕਰਮ ਕੀਤਾ ਹੈ ਨਾ, ਜੇ ਹੁੰਦਾ ਤਾਂ ਮੈਂ ਉਹ ਵੀ ਗੱਲ ਕਰਦਾ। ਸਿਮਰਨਜੀਤ ਸਿੰਘ ਮਾਨ ਜਦੋਂ ਫਰੀਦਕੋਟ ਦੇ ਐਸਐਸਪੀ ਸੀ, ਸਰਾਏ ਨਾਗਾ 'ਚ 4 ਨਿਹੰਗ ਸਿੰਘਾਂ ਨੂੰ ਉਹਨਾਂ ਨੇ ਗੋਲੀ ਮਾਰ ਕੇ ਮਾਰਿਆ ਸੀ, ਤੇ ਇਹ ਵੀ ਕਿਹਾ ਸੀ ਕਿ ਇਹਨਾਂ ਨਿਹੰਗ ਸਿੰਘਾਂ ਨੇ ਮੇਰੇ 3 ਪੁੱਤ ਮਾਰੇ ਆ, ਮੇਰੇ 3 ਪੁਲਿਸ ਵਾਲੇ ਮਾਰੇ ਆ, ਤੇ ਮੈਂ ਬਦਲੇ ਦੇ ਵਿੱਚ ਬਦਲਾ ਲੈ ਰਿਹਾ। ਉਹਦੇ ਵਿੱਚ ਮੁਕਾਬਲਾ ਬਣਿਆ ਤੇ ਉਹ ਉਧਰ ਵੀ ਬੰਦੇ ਮਰੇ, ਉਧਰ ਬੰਦੇ ਮਰੇ ਆ। ਅੱਧੋ ਵੱਧ ਮੁਲਕ ਜਿਹੜਾ ਭਾਰਤ ਸਮੇਤ ਪੰਜਾਬ ਦੇ ਉਸੇ ਗੋਰਿਆਂ ਦੀ ਜਿਹੜੇ ਲੰਡਨ ਦੇ ਵਿੱਚ ਵੀ ਆ, ਅਮਰੀਕਾ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ ਆ, ਉਹਨਾਂ ਦੀ ਸ਼ਰਨ ਲੈ ਕੇ ਪੜ੍ਹਾਈਆਂ ਦੇ ਤੌਰ ਤੇ ਲੱਖਾਂ ਰੁਪਈਆ ਲਾ ਕੇ ਸਾਡੇ ਲੋਕ ਕਿਉਂ ਸ਼ਰਨ ਲੈ ਰਹੇ ਆ? ਕਿਉਂ? ਸਭ ਚਿੱਠੀਆਂ ਵੇਚਦੇ ਆ ਕਹਿੰਦੇ। ਇੱਕ ਬੰਦਾ ਸੈਂਕੜੇ ਲੋਕਾਂ ਦੀਆਂ ਜਾਨਾਂ ਲੈ ਕੇ ਆਇਆ, ਉਹਨੂੰ ਇੱਕ ਪਵਿੱਤਰ ਸਥਾਨ ਤੇ ਖੜ ਕੇ ਸਰੋਪਾ ਦੇਣਾ, ਇਹ ਕਿੰਨਾ ਕੁ ਜਾਇਜ਼? ਵੀ ਅੱਜ ਵੀ ਦੁਬਾਰਾ ਬਿਆਨ ਆਇਆ, ਅੱਛਾ, ਮੇਰਾ ਨਾਨਾ ਰੂੜ ਸਿੰਘ ਸਹੀ ਸੀ ਕਹਿੰਦੇ, ਤੇ ਉਹਨਾਂ ਨੇ ਆਪਦੇ ਨਾਨੇ ਦਾ ਨਾਮ ਤੇ ਫੋਟੋ ਮੈਂਸ਼ਨ ਕੀਤੀ ਸੀ ਵੀ ਇਹ ਕੌਮ ਦੇ ਕਿਦਾਰਾਂ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ, ਲੋਕਵਾਈ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਸਿਮਰਨਜੀਤ ਸਿੰਘ ਮਾਨ ਨੇ ਜਦੋਂ ਤੋਂ ਭਗਤ ਸਿੰਘ ਨੂੰ ਅੱਤਵਾਦੀ ਕਿਹਾ, ਪੂਰੀ ਸਿਆਸਤ ਭਖੀ ਹੋਈ, ਪਰ ਮਾਨ ਸਾਹਿਬ ਆਪਣੇ ਬਿਆਨ ਤੇ ਹਾਲੇ ਵੀ ਅੜੇ ਹੋਏ ਨੇ। ਉਹਨਾਂ ਨੇ ਕਿਹਾ ਕਿ ਮੈਂ ਜੋ ਕਿਹਾ ਸੱਚ ਕਿਹਾ, ਭਗਤ ਸਿੰਘ ਅੱਤਵਾਦੀ ਸੀ, ਉਸਨੇ ਨਿਰਦੋਸ਼ ਪੁਲਿਸ ਵਾਲੇ ਮਾਰੇ ਆ, ਅਸੈਂਬਲੀ 'ਚ ਬੰਬ ਸੁੱਟਿਆ। ਉਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਿਮਰਨਜੀਤ ਸਿੰਘ ਮਾਨ ਦੇ ਫਰੀਦਕੋਟ ਤੋਂ ਉਮੀਦਵਾਰ ਰਹੇ ਗੁਰਸੇਵਕ ਸਿੰਘ ਭਾਣਾ ਨੇ। ਗੱਲਬਾਤ ਕਰਦੇ ਹਾਂ। ਭਾਣਾ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਧੰਨਵਾਦ ਜੀ। ਭਾਣਾ ਸਾਹਿਬ, ਕਿਵੇਂ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਮਾਨ ਸਾਹਿਬ ਨੇ? ਉਹਨਾਂ ਦਾ ਨਿੱਜੀ ਬਿਆਨ ਕਹਿੰਦੇ ਹੋ ਕਿ ਪਾਰਟੀ ਮੰਨਦੀ ਹੈ ਭਗਤ ਸਿੰਘ ਨੂੰ? ਦੇਖੋ, ਮਾਨ ਸਾਹਿਬ ਨੇ ਉਹਦੇ ਤੇ ਕੋਖ ਕੀਤੀ ਹੈ ਤੇ ਕੇਸ ਵੀ ਲੜਿਆ ਹੋਇਆ ਉਹਨਾਂ ਨੇ ਲੰਮੇ ਟਾਈਮ ਤੋਂ। ਇਹ ਚਲੋ ਹੁਣ ਭਗਤ ਸਿੰਘ ਦੇ ਵਾਰਸ ਖਵਾਉਣ ਵਾਲੇ ਭਗਵੰਤ ਮਾਨ ਹੋਣੀ ਜਾਂ ਉਹਨਾਂ ਦੀ ਪਾਰਟੀ ਜਿਹੜੀ ਆ, ਇਹਨਾਂ ਦੀ ਸਰਕਾਰ ਹੋਣ ਕਰਕੇ ਉਹਨਾਂ ਨੇ ਦੇਖਿਆ ਵੀ ਇੱਕ ਮੁੱਦਾ ਮਿਲ ਗਿਆ ਆਪਾਂ ਨੂੰ ਤੇ ਇਹਦੇ ਤੇ ਸਿਆਸਤ ਕਰ ਸਕਦੇ ਆ। ਮਾਨ ਸਾਹਿਬ ਉੱਭਰ ਕੇ ਸਾਹਮਣੇ ਆ ਰਹੇ ਆ ਕਿਉਂਕਿ ਉਹਨਾਂ ਨੇ ਰਾਜਧਾਨੀ ਢਾਈ ਇਹਨਾਂ ਦੀ, ਤੇ ਇਹਨਾਂ ਨੂੰ ਇਹ ਸੀ ਵੀ ਹੁਣ ਆਪਾਂ ਪੂਰੀ ਪਲੈਨਿੰਗ ਦੇ ਨਾਲ ਪ੍ਰੀ ਪਲਾਨ ਪ੍ਰੋਗਰਾਮ ਕਰਕੇ ਤੇ ਮਾਨ ਸਾਹਿਬ ਨੂੰ ਜਿਹੜਾ ਹੈਗਾ ਆਪਾਂ ਖੁੰਝੇ ਲਾ ਸਕਦੇ ਆ। ਪਰ ਉਹਦੇ ਵਿੱਚੋਂ ਇਹਨਾਂ ਨੇ 92 ਨੇ ਛੱਡੋ, ਫਿਰ ਬਦਲ ਕੇ ਵੀ ਉੱਠੇ, ਰਾਜੇ ਵੜਿੰਗ ਕਰਕੇ ਕਾਂਗਰਸੀ ਵੀ ਉੱਠੇ, ਬੀਜੇਪੀ ਵਾਲੇ ਵੀ ਉੱਠੇ ਤੇ ਕਮਿਊਨਿਸਟ ਵੀ ਉੱਠੇ, ਜਿਹੜੇ ਪੁਰਾਤਨ ਵਾਰਸ ਆ ਜਿਹੜੇ ਭਗਤ ਸਿੰਘ ਦੇ। ਤੇ ਇਹਨਾਂ ਨੇ ਸੋਚਿਆ ਵੀ ਸ਼ਾਇਦ ਉਹ ਬੰਦੇ ਨੂੰ ਅਸੀਂ ਮਤਲਬ ਪਿੱਛੇ ਕਰਕੇ ਡਰਾ ਕੇ ਧਮਕਾ ਕੇ ਜਾਂ ਪਰਚਿਆਂ ਤੋਂ ਤੇ ਉਹ ਤਾਂ ਮਾਫੀ ਮੰਗਵਾ ਲਾਂਗੇ। ਦੇਖੋ, ਉਹਨਾਂ ਨੇ ਲੜਾਈ ਲੜੀ ਆ, ਉਹਦੇ 'ਚ ਇਹ ਗੱਲ ਕਲੀਅਰ ਆ ਪਹਿਲੀ ਤਾਂ ਵੀ ਭਾਰਤੀ ਸੰਵਿਧਾਨ ਜਿਹੜਾ ਜਾਂ ਭਾਰਤ ਆ, ਜਿਹਨੂੰ ਅਖੰਡ ਭਾਰਤ ਕਹਿਣ ਦਿੰਦੇ ਆ ਇਹ ਬਹੁਤ ਪੱਖੀ ਲੋਕ ਜਿਹੜੇ ਆ, ਤੇ ਜਿਹੜੀਆਂ ਪਾਰਟੀਆਂ ਦਾ ਮੈਂ ਨਾਂ ਲਿਆ, ਇਹ ਸਾਰੇ ਮਤਲਬ ਸਥਾਪਿਤ ਧਿਰਾਂ ਭਾਰਤ ਦੀਆਂ। ਇਹ ਕਹਿੰਦੇ ਆ ਵੀ ਕੁਛ ਮਰਜ਼ੀ ਹੋ ਜਾਏ ਸਾਡੇ ਨਾਲ, ਪਰ ਅਸੀਂ ਅਖੰਡ ਭਾਰਤ ਤੋਂ ਬਾਹਰ ਨਹੀਂ ਜਾ ਸਕਦੇ, ਭਾਰਤ ਦੀ ਜਿਹੜੀ ਸੰਵਿਧਾਨ ਉਹ ਤੋਂ ਬਾਹਰ ਨਹੀਂ ਜਾ ਸਕਦੇ। ਸਰਦਾਰ ਮਾਨ ਅੱਜ ਵੀ ਜਦੋਂ ਉਹਨਾਂ ਨੇ ਸਹੁੰ ਚੁੱਕੀ ਆ ਤੇ ਉਹ ਸ਼੍ਰੀ ਸਾਹਿਬ ਨਾਲ ਲੈ ਕੇ ਗਏ, ਕਹਿੰਦੇ ਮੈਂ ਆਪਦੀ ਨਾਲ ਲੈ ਕੇ ਚੱਲਿਆ। ਜੇ ਉਹ ਨਾਲ ਜਾਣ ਦੇਣਗੇ ਤਾਂ ਦੇਖੋ ਮੈਂ ਆਪਦਾ ਸਟੈਂਡਰਡ ਕਲੀਅਰ ਰੱਖਿਆ ਵੀ ਮੈਂ ਲੈ ਕੇ ਜਾਣੀ ਆ, ਨਾਲ ਜਾਣ ਦੇਣਗੇ ਤੁਸੀਂ ਸਿੱਖੋ ਗੁਲਾਮ ਹੋ, ਇਹ ਸਭ ਤੁਸੀਂ ਕਰਨਾ ਵੀ ਚੱਲਣਾ ਕਿੱਧਰ ਨੂੰ। ਸੋ ਮੁੱਕਦੀ ਗੱਲ ਇਹ ਆ ਕਿ ਮਾਨ ਸਾਹਿਬ ਲੜਾਈ ਲੜ ਰਹੇ ਸੀ। ਤੁਹਾਡਾ ਪਹਿਲਾਂ ਤਾਂ ਜਿਹੜਾ ਦਿੱਲੀ ਵਾਲੇ ਆ ਉਹ ਭਗਤ ਸਿੰਘ ਨੂੰ ਨਹੀਂ ਮੰਨਦੇ, ਉੱਥੇ ਚਾਹੇ ਕਾਂਗਰਸ ਆਈ ਚਾਹੇ ਉੱਥੇ ਬੀਜੇਪੀ ਆਈ, ਬਦਲ ਕੇ ਸਰਕਾਰਾਂ ਆਉਂਦੀਆਂ ਰਹੀਆਂ। ਅੱਜ ਨਵੀਂ ਤੇ ਝਾੜੂ ਵਾਲੀ ਉੱਭਰੀ ਹੈ ਵੀ ਕਹਿੰਦੇ ਵੀ ਅਸੀਂ ਪ੍ਰਧਾਨ ਮੰਤਰੀ ਆਦਾ ਬਣਾਉਣਾ ਕੇਜਰੀਵਾਲ ਨੂੰ, ਪਰ ਉੱਥੇ ਸਮੇਂ-ਸਮੇਂ ਤੇ ਸਾਰੇ ਬਦਲਦੇ ਆਏ। ਕਿਹੜੀ ਧਿਰ ਨੇ ਜ਼ੋਰ ਲਾਇਆ? ਫਿਰ ਜੇਕਰ ਭਗਤ ਸਿੰਘ ਇਹਨਾਂ ਦਾ ਸ਼ਹੀਦ ਆ, ਅਸੀਂ ਵੀ ਕਹਿੰਦੇ ਭਾਰਤ ਤੋਂ ਇਹਨਾਂ ਨੇ ਆਜ਼ਾਦੀ ਦੇ ਲਈ ਉਹਨਾਂ ਨੇ ਯੋਗਦਾਨ ਦਿੱਤਾ, ਭਾਰਤ ਦੇ ਲਈ, ਸਾਡੇ ਲਈ ਨਹੀਂ ਕੀਤਾ ਪਰ ਭਾਰਤ ਲਈ ਕੀਤਾ। ਫਿਰ ਇਹਨਾਂ ਨੇ ਬਦਲਦੀਆਂ ਸਰਕਾਰਾਂ ਨੇ ਉਹਨੂੰ ਸ਼ਹੀਦ ਜਾਂ ਉਹਨਾਂ ਨੇ ਸਥਾਪਿਤ ਕਿਉਂ ਨਹੀਂ ਕੀਤਾ? ਉਹ ਤਾਂ ਉੱਥੇ ਹੀ ਖੜਾ ਨਾ, ਸ਼ਹੀਦ ਉਹਨਾਂ ਨੇ ਆਪ ਕਰਾਰ ਕਿਉਂ ਨਹੀਂ ਦਿੱਤਾ? ਪਹਿਲੀ ਤਾਂ ਗੱਲ ਇਹ। ਦੂਸਰੀ ਗੱਲ, ਮਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਉਹਦੇ ਵਿੱਚ ਬੇਕਸੂਰਾਂ ਦੀ ਗੱਲ ਆ ਜਾਂਦੀ ਆ। ਇੱਥੇ ਮਾਨ ਸਾਹਿਬ ਨੇ ਅੰਮ੍ਰਿਤਧਾਰੀ ਦੀ ਗੱਲ ਕੀਤੀ। ਬਹੁਤੇ ਲੋਕ ਕਹਿੰਦੇ ਆ ਕਿ ਉਹ ਅੰਮ੍ਰਿਤਧਾਰੀ ਹੋਣ ਦੇ ਨਾਂ 'ਤੇ ਮਾਨ ਸਾਹਿਬ ਉਹ ਜਿਹੜੀ ਹਮਦਰਦੀ ਲੈ ਰਹੇ ਆ ਵੀ ਅੰਮ੍ਰਿਤਧਾਰੀ ਪੁਲਿਸ ਅਫਸਰ ਮਾਰਿਆ। ਨਹੀਂ, ਗੱਲ ਇਹ ਨਹੀਂ ਆ ਕਿ ਇੱਕ ਨਿਰਦੋਸ਼ ਇਨਸਾਨ ਕੋਈ ਵੀ ਹੋਵੇ ਉਹਦੇ ਬਾਰੇ 'ਚ ਉਹਨਾਂ ਨੇ ਗੱਲ ਕੀਤੀ ਆ। ਅਸੈਂਬਲੀ ਜੇਕਰ ਬੰਬ ਸੁੱਟਿਆ
ਤਾਂ ਉਹਨਾਂ ਦਾ ਜੇਕਰ ਇੱਕ ਜਮਹੂਰੀ ਹੱਕ ਸੀਗਾ, ਉਹਨਾਂ ਨੇ ਆਪਦਾ ਰੋਸ ਜ਼ਾਹਿਰ ਕੀਤਾ। ਪਰ ਦੇਖਣਾ ਤਾਂ ਇਹ ਵੀ ਪੈਣਾ ਨਾ ਕਿ ਜੇਕਰ ਜਮਹੂਰੀ ਹੱਕ ਤੁਹਾਡੇ ਹੈਗੇ ਆ, ਕਿਹਦੇ ਲਈ ਲੜ ਰਹੇ ਹੋ, ਜਮਹੂਰੀ ਹੱਕ ਤੁਹਾਡੇ ਹੈਗੇ ਆ, ਫਿਰ ਸਾਡੇ ਵਾਲਿਆਂ ਦੇ ਖਿਲਾਫ ਤੁਸੀਂ ਕਿਵੇਂ ਖੜੇ ਹੋ? ਅਸੀਂ ਆਜ਼ਾਦ ਭਾਰਤ 'ਚ ਬੈਠੇ ਸੀ, ਤੁਸੀਂ ਸਾਨੂੰ ਕਿਹਾ ਸੀ ਇੱਕ ਨੰਬਰ ਦੀ ਸ਼ਹਿਰੀ ਰੱਖਾਂਗੇ। ਇਹ ਵੀ ਗੱਲ ਮੰਨੀ ਪਟੇਲ ਵਰਗਿਆਂ ਨੇ, ਨਹਿਰੂ ਵਰਗਿਆਂ ਨੇ, ਕਿ ਜੇਕਰ ਅਸੀਂ ਤੁਹਾਡੇ ਨਾਲ ਦਗਾ ਕਮਾਇਆ ਤਾਂ ਤੁਸੀਂ ਡਾਂਗਣਾ ਲੈ ਲਓਗੇ। ਸਾਡੇ ਹੱਕ ਕਿੱਥੇ ਆ? ਉਹ ਹੱਕ ਮੰਗਦੇ ਸਿੱਖਾਂ ਨਾਲ। ਇਸੇ ਆਜ਼ਾਦ ਭਾਰਤ ਦੀ ਫੌਜ ਨੇ ਤੇ ਵਿਦੇਸ਼ਾਂ ਦੀ ਫੌਜ ਲੈ ਕੇ ਸਾਡੇ ਤਖਤਾਂ 'ਤੇ ਹਮਲੇ ਕੀਤੇ। ਤੇ ਉਹ ਲੜਾਈ ਲੜਨ ਵਾਲੇ ਤੁਹਾਡੇ ਲਈ ਜੇ ਅੱਤਵਾਦੀ ਆ, ਤੇ ਭਾਰਤ ਦੀ ਜਿਹਨਾਂ ਨੇ ਲੜੀ ਉਹ ਤੁਹਾਡੇ ਲਈ ਸ਼ਹੀਦ ਹੋ ਸਕਦੇ, ਸਾਡੇ ਲਈ ਅੱਤਵਾਦੀ ਹੈਗੇ, ਸਾਡੇ ਲਈ ਸ਼ਹੀਦ ਨਹੀਂ ਹੈਗੇ। ਕਰਤਾਰ ਸਿੰਘ ਸਰਾਭਾ ਨੂੰ ਕੀ ਮੰਨਦੇ? ਕਰਤਾਰ ਸਿੰਘ ਸਰਾਭਾ ਸ਼ਹੀਦ ਆ। ਉਹਨਾਂ ਨੂੰ ਖੁੰਝੇ ਕਿਉਂ ਲਾਏ? ਭਾਰਤ ਲਈ ਲੜ ਰਹੇ, ਭਾਰਤ ਲਈ ਲੜ ਰਹੇ। ਉਹਨਾਂ ਨੂੰ ਪੇਸ਼ ਚਾਹੇ ਜੇ ਕਰੀ ਜਾਣ, ਪਰ ਐਜ ਏ ਸਿੱਖ ਭਗਤ ਸਿੰਘ, ਆਪਣਾ ਊਧਮ ਸਿੰਘ ਹੋਣੀ ਤੇ ਸਰਾਭਾ ਜੀ ਜਿਹੜੇ ਹੈਗੇ ਆ, ਉਹਨਾਂ ਨੇ ਐਜ ਏ ਸਿੱਖ ਭਾਰਤ ਲਈ, ਸਿੱਖਾਂ ਲਈ ਤਾਂ ਲੜੇ ਨਹੀਂ। ਸੁਣੋ ਲੜੇ। ਗਦਰ ਲਹਿਰ ਸੀ ਨਾ ਉਹਨਾਂ ਦੀ, ਗਦਰ ਲਹਿਰ ਸੀ ਨਾ। ਪਰ ਜਿਹੜੀ ਇਹ ਧਿਰ ਸੀ, ਕਾਮਿਊਨਿਸਟਾਂ ਦੀ ਧਿਰ ਸੀ, ਤੁਸੀਂ ਉਹਨਾਂ ਦੀ ਨੇੜਤਾ ਵਧਾਓ। ਕਰਤਾਰ ਸਿੰਘ ਸਰਾਭੇ ਨੂੰ ਆਪਣਾ ਨਾਇਕ ਮੰਨਦਾ ਸੀ। ਕੌਣ ਮੰਨਦਾ ਸੀ? ਭਗਤ ਸਿੰਘ। ਦੇਖੋ ਇਹ ਗੱਲਾਂ ਹੁੰਦੀਆਂ ਸਿਰਫ ਬਿਆਨਬਾਜ਼ੀ ਲਈ, ਮੰਨਣ ਦੇ ਲਈ ਨਹੀਂ ਹੁੰਦੀਆਂ, ਕਿਉਂਕਿ ਮੰਨੀਆਂ ਜੇ ਗਈਆਂ ਹੁੰਦੀਆਂ ਤੇ ਅੰਤ ਨੂੰ ਜਦੋਂ ਭਾਈ ਰਣਧੀਰ ਸਿੰਘ ਨੂੰ ਮਿਲਦਾ ਭਗਤ ਸਿੰਘ, ਤਾਂ ਉਸ ਤੋਂ ਬਾਅਦ ਵਾਅਦਾ ਕਰਦਾ ਤੇ ਆਪਦੀ ਗਲਤੀ ਕਬੂਲਦਾ ਕਿ ਮੈਂ ਜੋ ਕੁਕਰਮ ਕੀਤੇ ਆ ਉਹਦੀ ਗਲਤੀ ਕਬੂਲਦਾ ਤੇ ਅੱਜ ਤੋਂ ਬਾਅਦ ਮੈਂ ਕੇਸਾਂਧਾਰੀ ਹੋਊਂਗਾ ਤੇ ਸੱਚਾ ਸਿੱਖ ਬਣੂੰਗਾ। ਚਲੋ ਜੋ ਅੰਤ ਆਇਆ ਆਪਾਂ ਉਹ ਸਭ ਆਪਾਂ ਨੂੰ ਪਤਾ ਹੀ ਆ। ਸੋ ਕਹਿਣ ਤੋਂ ਭਾਵ ਭਾਰਤ ਲਈ ਲੜਨ ਵਾਲੇ ਭਾਰਤ ਲਈ ਹੋ ਸਕਦੇ ਆ, ਸਾਡੇ ਲਈ ਨਾ ਉਹ ਸ਼ਹੀਦ ਸੀਗੇ। ਫਿਰ ਇੱਥੇ ਤੁਸੀਂ ਵੀ ਦੋਗਲੀ ਗੱਲ ਕਰ ਰਹੇ ਹੋ ਕਿ ਜੇ ਕਰਤਾਰ ਸਿੰਘ ਸਰਾਭਾ ਵੀ ਚਾਹੇ ਉਹ ਸਿੱਖ ਸੀ, ਕੁਛ ਸੀ, ਲੜਿਆ ਤਾਂ ਵੀ ਭਾਰਤ ਲਈ ਸੀ। ਗਦਰ ਲਹਿਰ, ਬੱਬਰ ਅਕਾਲੀ ਲਹਿਰ, ਸਾਰੇ ਭਾਰਤ ਦੀ ਆਜ਼ਾਦੀ ਲਈ ਲੜੇ। ਇਹਨਾਂ ਨੇ ਖੂੰਜੇ ਕਿਉਂ ਲਾਏ? ਫਿਰ ਇਹਨਾਂ ਨੇ ਖੂੰਜੇ ਕਿਉਂ ਲਾਏ? ਉਹ ਸ਼ਹੀਦ ਊਧਮ ਸਿੰਘ ਹੋਣੇ ਵੀ ਇਹਨਾਂ ਨੇ ਖੂੰਜੇ ਕਿਉਂ ਲਾਏ? ਇਹ ਭਗਤ ਸਿੰਘ ਉਭਾਰਿਆ ਗਿਆ, ਕਮਿਊਨਿਸਟਾਂ ਨੇ ਉਭਾਰਤਾ ਭਗਤ ਸਿੰਘ, ਕਿਉਂਕਿ ਉਹ ਕਮਿਊਨਿਸਟ ਸੀ, ਇਹਨਾਂ ਨੇ ਉਹ ਤਾਂ ਉਭਾਰ ਲਿਆ। ਪਰ ਜਿਹੜੇ ਸਾਡੇ ਊਧਮ ਸਿੰਘ ਹੋਣੀ ਸੀ ਜਾਂ ਤੁਸੀਂ ਕਰਤਾਰ ਸਿੰਘ ਸਰਾਭਾ ਹੋਣ ਦੀ ਗੱਲ ਕੀਤੀ ਆ, ਇਹਨਾਂ ਨੂੰ ਜੇਕਰ ਸਿੱਖ ਸੋਚ ਵਾਲੇ ਸੀ ਤੇ ਇਹਨਾਂ ਨੂੰ ਉਭਾਰਿਆ ਵੀ ਕਿਹੜੇ ਕਮਿਊਨਿਸਟਾਂ ਨੇ ਅੱਜ ਤੱਕ? ਇਹ ਵੀ ਦੱਸੋ ਨਾ। ਖੂੰਜੇ ਤਾਂ ਲਾਈ ਰੱਖਿਆ ਨਾ। ਤੇ ਜਿਹੜਾ ਸਥਾਪਤ ਤੇਰਾ ਭਾਰਤ ਆ, ਜਿਹੜਾ ਉਹ ਦਿੱਲੀ ਆ, ਜਿਹੜੀ ਉਹਨਾਂ ਨੇ ਗਾਂਧੀ ਉਭਾਰਿਆ, ਤਾਂ ਹੀ ਤਾਂ ਨੋਟਾਂ 'ਤੇ ਬੈਠਾ ਨਾ। ਸੰਤ ਜਰਨੈਲ ਸਿੰਘ ਹੋਰਾਂ ਨੇ ਆਪਦੇ ਮੂੰਹ ਕਿਹਾ ਹੋਇਆ ਵੀ ਗਾਂਧੀ ਦਾ ਥਾਂ ਨਹੀਂ ਉਹ ਭਗਤ ਸਿੰਘ ਨੇ ਕਿਹਾ ਨਾ। ਕਿਉਂਕਿ ਉਹ ਇਹ ਗੱਲ ਮੰਨਦੇ ਆ ਨਾ ਕਿ ਭਾਰਤ ਨੂੰ ਆਜ਼ਾਦੀ ਤਾਂ ਭਗਤ ਸਿੰਘ ਨੂੰ ਦਵਾਈ ਨਾ, ਸਿੱਖਾਂ ਦੀ ਆਜ਼ਾਦੀ ਲਈ ਕਿਤੇ ਰੋਲ ਨਹੀਂ ਉਹਨਾਂ ਦਾ। ਸਿੱਖਾਂ ਦਾ ਨਾਇਕ ਜੇਕਰ ਨੋਟਾਂ ਦੇ ਫੋਟੋ ਲਾਉਣੀ ਸਿੱਖਾਂ ਨੇ ਆਪਦੇ ਦੇਸ਼ ਦੇ ਵਿੱਚ, ਤਾਂ ਸੰਤ ਜਰਨੈਲ ਸਿੰਘ ਹੋਰਾਂ ਦੀ ਲੱਗੂਗੀ। ਸੋ ਇਹ ਤਾਂ ਗੱਲ ਮੰਨਣੀ ਪੈਣੀ ਤੁਹਾਨੂੰ ਵੀ। ਇਹ ਕਲੀਅਰ ਆ ਕਿ ਭਾਰਤ ਦੀ ਅਖੰਡਤਾ ਜਿਹੜੀ ਆ, ਉਹਦੇ ਲਈ ਜਿੰਨਾ ਮਰਜ਼ੀ ਰੌਲਾ ਪਾਈ ਜਾਣ, ਪਰ ਮਾਨ ਸਾਹਿਬ ਨੇ ਵੀ ਅਖੰਡਤਾ ਦੇ ਪ੍ਰਭੂ ਸੱਤਾ, ਇਸੇ ਕਰਕੇ ਅਖੰਡਤਾ ਦੀ ਗੱਲ ਕਰ ਰਹੇ ਹਾਂ। ਹੁਣ ਜੇਕਰ ਭਾਰਤ ਆ, ਇੱਥੇ ਅਸੀਂ ਆਪਦੇ ਘਰਾਂ ਦੇ ਵਿੱਚ ਮੰਨ ਲਓ ਵੀ ਤੁਸੀਂ ਅੱਜ ਮੇਰੇ ਕੋਲੇ ਆਏ ਹੋ, ਮੇਰੇ ਕੋਲੇ ਪੀਜ਼ਾ, ਆਪਣਾ ਪੀਜ਼ਾ ਹਟ ਤੇ ਆ ਗਏ ਹਨਾ, ਉੱਥੇ ਆਪਾਂ ਚਾਹ ਪਾਣੀ ਪੀ ਲਿਆ, ਜੋ ਵੀ ਹੋ ਗਿਆ ਹਨਾ। ਇਹ ਇੱਕ ਦਫਾ ਤੁਹਾਡੇ ਲਈ ਸਮਾਂ ਘੰਟਾ ਘੜੀ ਬਿਤਾਉਣ ਦਾ ਸਮਾਂ ਸੀ, ਪਰ ਤੁਹਾਨੂੰ ਆਥਣ ਨੂੰ ਮੁੜ ਕੇ ਘਰੇ ਜਾਣਾ ਪੈਣਾ। ਤੁਹਾਡਾ ਉਹ ਘਰ ਆ, ਤੁਸੀਂ ਉੱਥੇ ਚੰਬਦੀ ਚਲਾ ਸਕਦੇ ਹੋ। ਇਹੀ ਹੈ ਕਿ ਸਾਡੇ ਕੋਲੇ ਸਾਡਾ ਘਰ ਨਹੀਂ ਹੈਗਾ, ਅਸੀਂ ਬੇਗਾਨੇ ਘਰ 'ਚ ਸਾਨੂੰ ਫੁਲਕਾ ਖਾਣਾ ਪੈ ਰਿਹਾ, ਮਜਬੂਰ ਆ ਅਸੀਂ। ਪਰ ਇਹ ਗੱਲ ਕਲੀਅਰ ਆ ਕਿ ਭਾਰਤ ਸਾਡੇ ਨਾਲ ਨਾਇਨਸਾਫੀ ਕਰਦਾ ਤੇ ਕਰਦਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਮਾਨ ਸਾਹਿਬ ਨੇ ਜੇਕਰ ਇਸ ਭਾਰਤ ਦੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਤੇ ਉਹ ਮਤਲਬ ਉਹ ਸੰਵਿਧਾਨ ਨੂੰ ਮੰਨਣਗੇ, ਕਿਉਂਕਿ ਜੇਕਰ ਉਹ ਇਹ ਗੱਲ ਤੋਂ ਆਕੀ ਹੁੰਦੇ ਆ ਤੇ ਫਿਰ ਉਹ ਸੀਟ ਲੜੀ ਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ। ਉਹ ਆਪਦੇ ਉੱਥੇ ਜਾ ਕੇ ਸੰਸਦ ਦੇ ਵਿੱਚ ਪੰਜਾਬ ਤੇ ਕੌਮ ਦੇ ਹੱਕਾਂ ਦੀ ਗੱਲ ਕਰਨਗੇ। ਇਹ ਅੱਜ ਇੱਕ ਮੌਕਾ ਪੰਜਾਬ ਦੇ ਲੋਕਾਂ ਨੂੰ ਦੱਸਣ ਦਾ ਕਿ ਮਾਨ ਸਾਹਿਬ ਕੀ ਕਰ ਸਕਦੇ ਆ। ਜਿਹੜੇ ਭਗਵੰਤ ਮਾਨ ਹੋਣੀ ਇੱਕ ਸਮਾਂ ਜਦੋਂ ਜਿੱਤੇ, ਉਹ ਤੱਕ ਇੱਕ ਪਾਸੇ ਹੋ ਕੇ ਚੁੱਪ ਕਰਕੇ PM ਮੋਦੀ ਬਣ ਗਏ ਵੀ ਆਪਦੀ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚੋਂ 5-7-10 ਮਿੰਟ ਦੀ ਵੀਡੀਓ ਬਣਦੀ ਆ ਤੇ ਸਾਰੇ ਚੈਨਲਾਂ ਚੱਲ ਜਾਂਦੀ ਆ। ਇਹੀ ਕੁਛ ਮੋਦੀ ਕਰਦਾ। ਕਿੱਥੇ ਖੁੱਲੀ ਪ੍ਰੈਸ ਵਾਰਤਾ ਰੱਖੀ ਉਹਨਾਂ ਨੇ ਅਜੇ ਤੱਕ ਨਹੀਂ ਕਰਦੇ। ਪੈ ਗਿਆ ਨਾ ਫਰਕ। ਉਹੀ ਭਗਵੰਤ ਮਾਨ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਮੋਦੀ ਦੇ ਸਾਹਮਣੇ ਵੀ ਬੋਲਦਾ ਸੀ ਉੱਚੀ, ਅੱਜ ਮੋਦੀ ਆਉਂਦਾ ਤੇ ਹੱਥ ਜੋੜੇ ਹੁੰਦੇ ਤੈਂ ਖੜਾ ਹੁੰਦਾ। ਕੀ ਕਾਰਨ ਬਈ? ਇਹ ਭਗਤ ਸਿੰਘ ਤਾਂ ਗਾਂਧੀ ਮੂਹਰੇ ਨਹੀਂ ਖੜਦਾ ਸੀ। ਫਿਰ ਜੇ ਤੁਹਾਡੇ ਭਗਤ ਸਿੰਘ ਦੀ ਤੁਸੀਂ ਕਹਿੰਦੇ ਹੋ, ਤੁਸੀਂ ਪੈਰੋਕਾਰ ਹੋ, ਤਾਂ ਫਿਰ ਫਰਕ ਕਿਉਂ ਪੈ ਗਿਆ? ਉਹੀ ਭਗਤ ਸਿੰਘ ਗੁਜਰਾਤ ਜਾ ਕੇ ਮੁੜ ਕੇ ਚਰਖੇ ਕੱਢਦਾ, ਇਹ ਤਾਂ ਹੋ ਨਹੀਂ ਸਕਦਾ ਨਾ। ਜੇ ਤੁਹਾਡਾ ਭਗਤ ਸਿੰਘ ਆ, ਤੁਸੀਂ ਕਹਿੰਦੇ ਹੋ ਵੀ ਵਾਰਸ ਭਗਤ ਸਿੰਘ ਦੇ ਆ ਤੇ ਕੰਮ ਗਾਂਧੀ ਵਾਲੇ, ਇਹ ਨਹੀਂ ਤੁਸੀਂ ਦੋਗਲ ਨੀਤੀ ਕਰ ਰਹੇ ਹੋ ਤਾਂ ਗਲਤ ਆ ਨਾ। ਇਹ ਇਹਨਾਂ ਨੂੰ ਸੋਚਣਾ ਪੈਣਾ। ਜਿਹੜੇ ਕਮਿਊਨਿਸਟ ਜਾਂ ਆਪ ਵਾਲੇ ਜ਼ੋਰ ਲਾ ਰਹੇ ਆ, ਇੱਕਦਮ ਉੱਠ ਕੇ 92 ਦੇ 92 ਚੀਕਣ ਲੱਗੇ ਮਾਨ ਸਾਹਿਬ ਦੇ ਬਿਆਨ ਤੇ। ਮਾਨ ਸਾਹਿਬ ਨੇ ਜਿਹੜੀ ਪਾਣੀਆਂ ਦੀ ਗੱਲ ਕੀਤੀ ਆ, ਜਾਂ ਆਪਣਾ ਪੰਜਾਬੀ ਵਾਹਿਗੁਰੂ ਭਲਾ ਕਰੇ ਹਰਿਆਣੇ ਦੇ ਜਿਹੜੇ ਪਿੰਡਾਂ ਦੀ ਗੱਲ ਕੀਤੀ ਸੀ, ਉਹ ਤੋੜ ਕੇ ਆਖਿਆ ਸੀਗਾ ਵੀ ਇਹਨਾਂ ਨੂੰ ਐਂ ਕਰ ਲਓ। ਜਮਨਾ ਦੀ ਗੱਲ ਵੀ ਕੀਤੀ ਸੀ, ਉੱਥੇ ਕਿਉਂ ਨਹੀਂ ਧਿਆਨ ਦਿੱਤਾ? ਤੁਹਾਡੇ ਪਾਣੀ ਖੋਣ ਨੂੰ ਅਗਲੇ ਸਾਰਾ ਜ਼ੋਰ ਲਾਤਾ ਉਹਨਾਂ ਨੇ। ਆਹੀ ਨਹਿਰ ਤੇ ਖੜੇ ਆਪਾਂ ਫਰੀਦਕੋਟ ਵਾਲੇ 'ਚ 780 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਪੰਜਾਬ ਸਰਕਾਰ ਨੇ। ਇਹ ਉਹੀ ਸਰਕਾਰ ਆ। ਇਹ ਉਧਰ ਕਿਉਂ ਨਹੀਂ ਧਿਆਨ ਦਿੱਤਾ? ਇਹਨਾਂ ਨੂੰ ਅਸੀਂ ਸਿਰਫ ਇਸੇ ਬਿਆਨ ਤੇ ਮਾਨ ਸਾਹਿਬ ਨੂੰ ਉਲਝਾ ਲਿਓ,
ਪਰ ਉਲਝਾਉਣ ਵਾਲਾ ਕੋਈ ਮਸਲਾ ਨਹੀਂ ਸੀ। ਜੇ ਉਹਨਾਂ ਨੇ ਤਾਂ ਉਲਝਾ ਲਿਆ ਮਾਨ ਸਾਹਿਬ ਨੂੰ ਵੀ ਅਜਿਹੇ ਮੌਕੇ ਜਿੱਥੇ ਮੌਕਾ ਅੱਜ ਕੀ ਆ, ਮੌਕਾ 'ਚ ਪੰਜਾਬ ਦੇ ਤੁਸੀਂ ਕਿਹਾ ਪੰਜਾਬ ਦੇ ਪਾਣੀਆਂ ਦਾ, ਪੰਜਾਬ ਦੇ ਵਾਧੂ ਹੱਕਾਂ ਦਾ, ਕਿ ਜਿਹੜੇ ਚੰਡੀਗੜ੍ਹ ਤੇ ਲਗਾਤਾਰ ਕਾਬਜ਼ ਹੋ ਰਹੀਆਂ ਧਿਰਾਂ ਦਾ, ਪੰਜਾਬ ਦੀ ਯੂਨੀਵਰਸਿਟੀ ਦਾ, ਬੜੇ ਮੁੱਦੇ ਆ। ਭਗਤ ਸਿੰਘ ਦਾ ਅੱਤਵਾਦੀ ਜਿਹੜਾ ਤਾਂ ਮੁੱਦਾ ਹੀ ਹੈ ਨਹੀਂ ਸੀ। ਜਦੋਂ ਉਹ ਲੜ ਰਹੇ ਸੀ ਨਾ, ਕੇਸ ਲੜ ਰਹੇ ਸੀ, ਇਸ ਤੋਂ ਪਹਿਲਾਂ ਵੀ ਗੱਲ ਹੋਈ ਸੀ ਤੇ ਜਦੋਂ ਉਹਨਾਂ ਨੇ ਕੇਸ ਫਾਈਲ ਕੀਤਾ ਹੋਇਆ ਸੀ, ਲੜ ਰਹੇ ਸੀ, ਉਹਦੇ 'ਚ ਉਹਨਾਂ ਨੇ ਆਪਦੀ ਪ੍ਰਤੀਕਰਮ ਦਿੱਤਾ ਕਿ ਉਹਦੇ 'ਚ ਮੈਨੂੰ ਕੀ ਮਿਲਿਆ। ਉਹ ਇਹ ਸੰਭਾਵਿਕ ਕਿਸੇ ਵੀ ਵਿਸ਼ੇ ਤੇ, ਚਾਹੇ ਗੁਪਤ ਵਿਸ਼ਾ ਵੀ ਹੋਵੇ, ਉਹਦੇ ਬਾਰੇ ਜੇਕਰ ਤੁਹਾਡੇ ਹੱਥ 'ਚ ਕੋਈ ਪ੍ਰਾਪਤੀ ਆਉਂਦੀ ਤਾਂ ਉਹਦੇ ਬਾਰੇ ਗੱਲ ਹੋ ਜਾਂਦੀ ਹੈ, ਸੁਭਾਵਿਕ ਹੋ ਜਾਂਦੀ ਆ। ਤੁਸੀਂ ਇਹ ਲਾ ਲਓ, ਮਾਨ ਸਾਹਿਬ ਪਾਣੀਆਂ ਬਾਰੇ ਵੀ ਬੋਲ ਗਏ, ਮਾਨ ਸਾਹਿਬ ਚੰਡੀਗੜ੍ਹ ਬਾਰੇ ਵੀ ਲੰਮੇ ਸਮੇਂ ਤੋਂ ਬੋਲ ਰਹੇ ਆ। ਚੰਡੀਗੜ੍ਹ ਪੰਜਾਬ ਦਾ ਪਿਆ ਵੀ ਬੋਲਦੇ ਇਲਾਕੇ ਪੰਜਾਬ ਦੇ ਆ, ਪਾਣੀ ਪੰਜਾਬ ਦੇ ਆ, ਸਾਰੇ ਮਸਲੇ ਆ ਜਿਹੜੇ ਪੰਜਾਬ ਦੇ ਮਾਨ ਸਾਹਿਬ ਚੱਕ ਰਹੇ ਲੰਮੇ ਸਮੇਂ ਤੋਂ। ਪਰ ਜਿਹੜਾ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਇਹ 92 ਦੇ 92 ਮੂੰਹ 'ਚ ਘੁੰਗਣੀਆਂ ਲੈ ਕੇ ਬੈਠ ਗਏ ਸੀ, ਜਦੋਂ ਇਹਨਾਂ ਨੇ ਸੁੱਤੇ ਸਿੱਧ ਪੰਜਾਬ ਜਿਹੜਾ ਬਹੁਤ ਸੁੱਤੇ ਸਿੱਧ ਬੈਠਾ ਸੀਗਾ ਤੇ ਆਪਦੇ ਕੰਮੀ ਬੈਠਾ ਸੀ, ਤੇ ਇਹਨਾਂ ਨੇ ਕਿਹਾ ਸੀ ਵੀ ਜਿਹੜੀਆਂ ਸਰਕਾਰੀ ਬੱਸਾਂ ਉਹਨਾਂ ਤੋਂ ਸੰਜਨਾ ਸਿੰਘ ਦੀਆਂ ਫੋਟੋ ਲਾ ਦਿਓ, ਉਹਨਾਂ 'ਚੋਂ ਜਥੇਦਾਰ ਹਵਾਰਾ ਜੀ ਦੀਆਂ ਫੋਟੋ ਲਾ ਦਿਓ। ਇਹ ਫਿਰ ਗੱਲ ਗਈ ਕਿੱਧਰ ਨੂੰ? ਲੋਕਾਂ ਨੂੰ ਸਿੱਧਾ ਉਧਰ ਕਰਤਾ ਵੀ ਤੁਸੀਂ ਜਿਹੜੇ ਆਪਣਾ ਸਿੱਖ ਕੌਮ ਦੇ ਸ਼ਹੀਦ ਆ ਉਹਨਾਂ ਦੀਆਂ ਫੋਟੋ ਲਵਾ ਦਿਓ। ਤੇ ਫਿਰ ਇਹ ਗੱਲ ਕਹੀ ਕਿੱਧਰ ਨੂੰ? ਉਲਝਾ ਇੱਧਰ ਰਹੇ ਆ, ਉਹ ਆਪ ਉਲਝਾ ਰਹੇ ਆ ਨਾ, ਸੁੱਤੇ ਸਿੱਧ ਇਹ ਕੰਮ ਕਰਦੇ ਆ। ਇਹ ਵੀ ਗੱਲ ਸਵਾਲ ਕਰਨਾ ਬਣਦਾ ਨਾ, ਸਾਰੇ ਭਾਰਤ ਨੇ ਕਿਉਂ ਨਹੀਂ ਘਿਰਿਆ ਵੀ ਆਮ ਆਦਮੀ ਪਾਰਟੀ ਇਹ ਕੰਮ ਕਿਉਂ ਕਰ ਰਹੀ, ਧਾਰਮਿਕ ਰਾਜਨੀਤੀ ਕਿਉਂ ਕਰ ਰਹੀ ਹੈ? ਕਿਉਂਕਿ ਉਹਨਾਂ ਕੋਲੇ ਕੰਮ ਨਹੀਂ ਹੈਗਾ ਕੋਈ ਕਰਨ ਨੂੰ, ਤੇ ਨਾ ਹੀ ਇਹਨਾਂ ਦੇ ਐਮਐਲਏ ਦੇ ਕੋਲੇ ਪਾਵਰ ਛੱਡੀ ਆ। ਕੈਬਨਿਟ ਕੋਲੇ 10 ਪੈਸੇ ਪਾਵਰ ਹੈਗੀ ਆ, ਜਿਹੜੇ ਐਮਐਲਏ ਆ ਉਹਨਾਂ ਕੋਲੇ 2 ਪੈਸੇ ਕੰਮ ਆ। 2 ਪੈਸਿਆਂ 'ਚ ਇਹੀ ਆ ਵੀ ਉਹ ਕਿਸੇ ਆਪਦੇ ਬੰਦੇ ਦੇ ਫੋਨ ਤੇ ਇਹ ਗੱਲ ਕਹਿ ਸਕਦੇ ਆ ਵੀ ਆਹ ਜਿਹੜੀ ਗੱਡੀ ਤੁਸੀਂ ਰੋਕੀ ਛੱਡ ਦਿਓ। ਇਸ ਤੋਂ ਇਲਾਵਾ ਐਮਐਲਏ ਕੋਲੇ ਪਾਵਰ ਨਹੀਂ ਛੱਡੀ ਇਹਨਾਂ ਨੇ। ਉਹ ਬਾਕੀ ਜਿਹੜੀ ਆ 50 ਪੈਸੇ ਹੈਗੀ ਆ ਭਗਵੰਤ ਕੋਲੇ, 80 ਪੈਸੇ ਰਾਘੂ ਕੋਲੇ, ਤੇ 100 ਪੈਸੇ ਜਿਹੜਾ ਉਹ ਬੈਠਾ ਅੰਦਰ ਦਿੱਲੀ ਬੈਠਾ ਜਿਹੜਾ ਕੇਜਰੀਵਾਲ ਉਹਨਾਂ ਕੋਲੇ। ਇਹ ਗੱਲ ਤੁਹਾਨੂੰ ਸਾਨੂੰ ਸਭ ਨੂੰ ਸਪਸ਼ਟ ਆ ਕਿ ਪੰਜਾਬ ਦੇ ਜਿਹੜੇ ਅਸੀਂ ਵੱਧ ਅਧਿਕਾਰਾਂ ਦੀ ਗੱਲ ਕਰਨ ਵਾਲੇ, ਰੌਲਾ ਪਾਉਣ ਵਾਲੇ ਸੀਗੇ, ਉਹ ਵੱਧ ਅਧਿਕਾਰ ਅਸੀਂ ਝਾੜੂ ਦੀ ਸਰਕਾਰ ਬਣਨ ਤੋਂ ਪਹਿਲਾਂ ਕਰਦੇ ਪਏ ਸੀ ਵੀ ਸਾਨੂੰ ਜਿਹੜੇ ਸਾਡੇ ਬਣਦੇ ਵੱਧ ਅਧਿਕਾਰ ਆ ਉਹ ਦਿੱਤੇ ਹਨ, ਖੁਦ ਮੁਖਤਿਆਰੀ। ਉਹ ਜਿਹੜੇ ਸੀਓ ਉਹਨਾਂ ਤੋਂ ਵੀ ਦੇ ਤੇ ਪੰਜਾਬ ਸਿਰਫ ਮਤਿਆਂ ਤੇ ਰਹਿ ਗਿਆ। ਚੰਡੀਗੜ੍ਹ ਜਦੋਂ ਉਹਨਾਂ ਨੇ ਕਾਬਜ਼ ਹੋਈ ਆ ਕੇਂਦਰ ਸਿੱਧੀ, ਤਾਂ ਉਦੋਂ ਇਹਨਾਂ ਨੇ ਸਿਰਫ ਮਤਾ ਹੀ ਪਾਇਆ। ਕੀਤਾ ਕੀ ਉਹਦੇ ਲਈ? ਜਦ ਕਿ ਬਹੁਤ ਵੱਡਾ ਸੰਘਰਸ਼ ਬਣਦਾ ਸੀ। ਪਾਣੀਆਂ ਦੇ ਮਾਮਲੇ ਤੇ ਡੈਮ ਦੀ ਜਦੋਂ ਮੈਂਬਰਸ਼ਿਪ ਰੱਦ ਹੋਈ ਆ, ਕੀਤਾ ਕੀ ਉਦੋਂ? ਮਸਲਾ ਤਾਂ ਇਹ ਹੈ ਨਾ ਵੀ ਜਦੋਂ ਤੁਹਾਡੀ ਸਰਕਾਰ ਬਣਦੀ ਤੁਸੀਂ ਉਹਨਾਂ ਪਾਰਟੀਆਂ ਵਾਂਗੂ ਮਤੇ ਪਾ ਦਿੰਦੇ ਹੋ। ਪਹਿਲਾਂ ਸ਼ਾਇਦ ਕਿਹੜੀ ਸਰਕਾਰ ਮੌਕੇ ਮੈਨੂੰ ਯਾਦ ਨਹੀਂ, ਉਦੋਂ ਵੀ ਇਸ ਤਰ੍ਹਾਂ ਹੀ ਹੋਇਆ ਸੀ, ਉਹਨਾਂ ਨੇ ਵੀ ਮਤਾ ਪਾ ਕੇ ਸਾਰਤਾ ਸੀ। ਮਤੇ ਪਾਇਆ ਨਹੀਂ ਸਰਨਾ। ਜਿਹੜੀ ਧਿਰ ਲੋਕਾਂ ਨੇ ਚੁਣ ਕੇ ਭੇਜੀ, ਅਸੀਂ ਕਹਿੰਦੇ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜੀ ਹੈ, ਕੰਮ ਕਿਉਂ ਨਹੀਂ ਕਰਦੀ? ਦੂਜੀਆਂ ਪਾਰਟੀਆਂ ਨੂੰ ਕਰੀ ਜਾਣਾ ਤੇ ਫਿਰ ਇਹ ਮਸਲਿਆਂ ਦਾ ਹੱਲ ਨਹੀਂ ਹੈਗਾ। ਨਹੀਂ, ਇੱਕ ਗੱਲ ਇਹ ਵੀ ਹੈ, ਮਾਨ ਸਾਹਿਬ ਤੇ ਆਪਾਂ ਗੱਲ ਕਰਦੇ ਹਾਂ, ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇਣ ਦੌਰਾਨ ਇਹ ਮਾਨ ਸਾਹਿਬ ਨੇ ਕਿਹਾ ਕਿ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਿਹਾ ਸੀ ਕਿ ਜਦ ਦਰਬਾਰ ਸਾਹਿਬ ਤੇ ਹਮਲਾ ਹੋ ਤੇ ਸਾਰੇ ਸਿੱਖ ਇੱਧਰ ਨੂੰ ਕੂਚ ਕਰ, ਤੇ ਮਾਨ ਸਾਹਿਬ ਕਹਿੰਦੇ ਵੀ ਮਾਨ ਸਾਹਿਬ ਨੂੰ ਪੱਤਰਕਾਰ ਸਵਾਲ ਕਰਦਾ ਕਿ ਤੁਸੀਂ ਕਿਉਂ ਨਹੀਂ ਗਏ? ਕਹਿੰਦੇ ਮੈਂ ਮੋਟਰ ਤੇ ਨਹਾਈ ਜਾਂਦਾ ਸੀ, ਮੈਂ ਤਾਂ ਨਹੀਂ ਗਿਆ, ਮੈਨੂੰ ਸੰਤਾਂ ਨੇ ਕਿਹਾ ਵੀ ਨਹੀਂ ਸੀ। ਵੀ ਸੰਤਾਂ ਨੇ ਇਕੱਲੇ ਮਾਨ ਸਾਹਿਬ ਨੂੰ ਕਹਿਣਾ ਸੀ? ਦੇਖੋ, ਪਹਿਲੀ ਤਾਂ ਗੱਲ ਸੰਜਨਾ ਸਿੰਘ ਨੇ ਇਹ ਕਿਹਾ ਸੀ ਵੀ ਜਦੋਂ ਦਰਬਾਰ ਸਾਹਿਬ ਤੇ ਪਤਾ ਲੱਗਦਾ ਵੀ ਹਮਲਾ ਹੋ ਗਿਆ, ਫੌਜ ਵੜ ਗਈ ਆ, ਤਾਂ ਜਿੱਥੇ ਜਿੱਥੇ ਸਿੱਖਾਂ ਨੂੰ ਜਿਹੜੀ ਜਗ੍ਹਾ ਤੇ ਮੋਰਚਾਬੰਦੀ ਹੁੰਦੀ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਦੋਖੀ ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਵਾਲਾ ਮੌਕੇ ਤੇ ਚਾੜੇ ਸਿਖਾ ਦੋ ਉੱਥੇ ਹੀ, ਇੱਧਰ ਨੂੰ ਮੂੰਹ ਨਹੀਂ ਕਰਨਾ। ਪਹਿਲੀ ਗੱਲ ਸੰਤਾਂ ਨੇ ਕਹੀ ਸੀ। ਦੂਜੀ ਗੱਲ ਜਿਹੜੀ ਸਰਦਾਰ ਮਾਨ ਸਾਹਿਬ ਵਾਲੀ ਆ, ਉਹ ਮੇਰੇ ਧਿਆਨ 'ਚ ਨਹੀਂ ਵੀ ਉਹਨਾਂ ਨੇ ਕੀ ਇਹਦੇ ਤੇ ਪ੍ਰਤੀਕਰਮ ਕੀਤਾ, ਹਨਾ। ਜੇ ਹੁੰਦਾ ਤਾਂ ਮੈਂ ਉਹ ਵੀ ਗੱਲ ਕਰਦਾ, ਪਰ ਸੰਤਾਂ ਨੇ ਇਹਦੇ ਤੇ ਕਲੀਅਰ ਕੱਟ ਕਿਹਾ ਸੀ ਜਿੱਥੇ ਟਿਕਾਣਾ ਮਿਲਦਾ ਉੱਥੇ ਦੋਖੀ ਸੋਧੋ। ਉਹ ਸੰਤਾਂ ਨੇ ਇਹ ਗੱਲ ਕਹੀ ਸੀ। ਇੱਕ ਹੋਰ ਮਾਨ ਸਾਹਿਬ ਤੇ ਗੱਲ ਹੈ ਕਿ ਸਭ ਤੋਂ ਪਹਿਲਾ ਪੁਲਿਸ ਮੁਕਾਬਲਾ ਸਿੱਖਾਂ ਦਾ ਸਿਮਰਨਜੀਤ ਸਿੰਘ ਮਾਨ ਜਦੋਂ ਫਰੀਦਕੋਟ ਦੇ ਐਸਐਸਪੀ ਸੀ, ਸਰਾਏ ਨਾਗਾ 'ਚ 4 ਨਿਹੰਗ ਸਿੰਘਾਂ ਨੂੰ ਉਹਨਾਂ ਨੇ ਗੋਲੀ ਮਾਰ ਕੇ ਮਾਰਿਆ ਸੀ, ਤੇ ਇਹ ਵੀ ਕਿਹਾ ਸੀ ਕਿ ਇਹਨਾਂ ਨਿਹੰਗ ਸਿੰਘਾਂ ਨੇ ਮੇਰੇ 3 ਪੁੱਤ ਮਾਰੇ ਆ, ਮੇਰੇ 3 ਪੁਲਿਸ ਵਾਲੇ ਮਾਰੇ ਆ, ਤੇ ਮੈਂ ਬਦਲੇ ਦੇ ਵਿੱਚ ਬਦਲਾ ਲੈ ਰਿਹਾ। ਜਦ ਕਿ ਡੀਸੀ ਫਰੀਦਕੋਟ ਇਹ ਕਹਿ ਰਿਹਾ ਸੀ ਕਿ ਉਦੋਂ ਮੁਕਾਬਲਿਆਂ ਦਾ ਦੌਰ ਨਹੀਂ ਸੀ ਕਿ ਤੁਸੀਂ ਅਜਿਹਾ ਨਾ ਕਰੋ, ਸਜ਼ਾ ਕਾਨੂੰਨ ਮੁਤਾਬਕ ਹੋਵੇ। ਮਨਿੰਦਰ ਵੀਰੇ, ਇਹ ਜਾਣਕਾਰੀ ਮੈਨੂੰ ਲੱਗਦਾ ਤੁਹਾਡੀ ਵੀ ਸ਼ਾਇਦ ਅਧੂਰੀ ਆ ਤੇ ਮੇਰੀ ਵੀ ਹੋ ਸਕਦਾ ਅਧੂਰੀ ਥੋੜੀ ਬਹੁਤ ਹੋਵੇ। ਉਹਦੇ ਵਿੱਚ ਕੀ ਹੋਇਆ ਸੀ ਕਿ ਸਰਾਏ ਨਾਗਾ ਜਿਹੜਾ ਗੁਰੂ ਘਰ ਆ, ਉੱਥੇ ਜਿਹੜਾ ਹੈਗਾ ਪ੍ਰਬੰਧ ਚੱਲ ਰਿਹਾ ਸੀ ਗ੍ਰੰਥ ਸਿੰਘ ਦੇ ਨਾਲ ਜਾ ਕੇ ਕੁਝ ਨਿਹੰਗ ਸਿੰਘ ਜਿਹੜੇ ਆ ਸਰਕਾਰੀ, ਅੱਜ ਤੋਂ ਵੀ ਕੁਝ ਅੱਜ ਵੀ ਹੈਗੇ ਬੰਦੇ ਜਿਹੜੇ ਸਰਕਾਰ ਨਾਲ ਮਿਲ ਕੇ ਚੱਲਦੇ ਆ। ਸਭ ਵੀ ਸਰਕਾਰੀ ਸੀ। ਮੇਰੀ ਗੱਲ ਸੁਣੋ ਨਾ, ਉਹ ਤਾਂ ਸਰਕਾਰ ਦੇ, ਉਹ ਤਾਂ ਮਤਲਬ ਅਫਸਰ ਸੀ ਨਾ ਸਰਕਾਰ ਦੇ, ਉਹ ਤਾਂ ਹੈਗੇ ਸੀ ਨਾ, ਸਿੱਧ ਸੀ ਤਾਂ। ਪਰ ਅੱਜ ਵੀ ਆਪਾਂ ਦੇਖਦੇ ਹਾਂ ਬਾਦਲਾਂ ਦੇ ਵੱਲੋਂ ਜਾਂ ਹੋਰ ਆਪਦੀਆਂ ਦੀਆਂ ਧੜੇਬੰਦੀਆਂ ਦੇ ਨਾਲ ਸਰਕਾਰਾਂ ਨਾਲ ਅਟੈਚਮੈਂਟ ਹੁੰਦੀ ਆ। ਉਹ ਬੰਦੇ ਕਬਜ਼ੇ ਦੀ ਭਾਵਨਾ ਨਾਲ ਗਏ ਤਾਂ ਸੀ, ਪਰ ਜਦੋਂ ਉਹ ਉੱਥੋਂ ਦਾ ਪ੍ਰਬੰਧਕੀ ਢਾਂਚਾ ਸੀ, ਉਹਨਾਂ ਨੇ ਇਤਲਾਹ ਦਿੱਤੀ ਪੁਲਿਸ ਮੁਲਾਜ਼ਮਾਂ ਨੂੰ, ਅਫਸਰਾਂ ਤੱਕ ਗੱਲ ਗਈ, ਪੁਲਿਸ ਆਈ। ਉਸ ਹੁਣ ਝੂਠੇ ਤੇ ਸੱਚੇ ਦਾ ਫਰਕ ਕੀ ਹੁੰਦਾ? ਉੱਥੇ ਸੱਚਮੁੱਚ ਦਾ ਮੁਕਾਬਲਾ ਇਹ ਹੋਇਆ ਕਿ ਉਹ ਕਬਜ਼ਾ ਚਾਹੁੰਦੇ ਸੀ, ਤੇ ਉਹਨਾਂ ਨੇ ਜਿਹੜੇ ਉੱਥੋਂ ਦੀ ਪ੍ਰਬੰਧਕੀ ਢਾਂਚਾ ਸੀ ਉਹਨਾਂ ਨੇ ਪੁਲਿਸ ਦਾ ਸਹਾਰਾ ਲਿਆ। ਪੁਲਿਸ ਦਾ ਤੇ ਨਿਹੰਗ ਸਿੰਘ ਜਿਹੜੇ ਉੱਥੋਂ ਦੇ ਜਿਹੜੇ ਵੀ ਗਏ ਆ, ਉਹਨਾਂ ਦਾ ਮੁਕਾਬਲਾ ਹੁੰਦਾ ਆਪਸ 'ਚ, ਤੇ ਉਹਨਾਂ ਦੇ ਵੀ 2-3 ਅਫਸਰ ਮਰਦੇ ਆ,
ਤੇ ਨਿਹੰਗ ਸਿੰਘ ਵੀ ਮਰਦੇ 5-7 ਦੇ ਕਰੀਬ 8 ਦੇ ਕਰੀਬ ਉੱਥੇ ਜਿਹੜੀਆਂ ਜਾਨਾਂ ਜਾਂਦੀਆਂ। ਸੋ ਇਹ ਸੱਚਾ ਮੁਕਾਬਲਾ ਸੀ। ਇੱਥੇ ਝੂਠੇ ਵਾਲੀ ਗੱਲ ਹੈ ਨਾ ਕਿ ਜਿਹੜੇ ਸਮੇਤ ਸੈਣੀ ਵਰਗਿਆਂ ਨੇ ਜਾਂ KPS ਗਿੱਲ ਵਰਗਿਆਂ ਨੇ ਮੁਕਾਬਲੇ ਕੀਤੇ ਸੀ, ਉਹ ਤਾਂ ਸਪਸ਼ਟ ਆ ਨਾ ਵੀ ਉਹ ਝੂਠੇ ਸੀਗੇ। ਉਮਰਾਂ ਲੰਗਰ ਅੱਗੇ ਵੀ ਨਾਮਜ਼ਦ ਹੋਏ ਆ, ਉਹ ਤਾਂ ਸਪਸ਼ਟ ਆ ਵੀ ਇੱਕ ਪਾਸੜ ਆਪਾਂ ਦੇਖਦੇ ਹੁਣ ਵੀ ਕੁਝ ਗੈਂਗਸਟਰ ਜਿਹੜੇ ਮੁੰਡੇ ਮਾਰੇ ਜਾਂਦੇ ਆ, ਇੱਕ ਪਾਸੜ ਬੰਦਾ ਮਾਰ ਕੇ ਸੱਟ ਦਿੰਦੇ ਆ ਤੇ ਪੁਲਿਸ ਦੇ ਆਂਚ ਤੱਕ ਨਹੀਂ ਆਉਂਦੀ, ਉਹ ਇੱਕ ਪਾਸੜ ਵੀ ਝੂਠੇ ਮੁਕਾਬਲਾ ਉਹ ਸਿੱਧ ਹੁੰਦਾ। ਪਰ ਇੱਥੇ ਦੋ ਤਰਫੀ ਜਿਹੜੀ ਇਹ ਕਾਰਵਾਈ ਸੀਗੀ ਉਹਦੇ ਵਿੱਚ ਮੁਕਾਬਲਾ ਬਣਿਆ ਤੇ ਉਹ ਉਧਰ ਵੀ ਬੰਦੇ ਮਰੇ, ਉਧਰ ਵੀ ਬੰਦੇ ਮਰੇ ਆ ਤੇ ਜੱਗ ਜਾ ਰਿਹਾ ਗੱਲ ਕਿ ਜਾ ਕੇ ਉੱਥੇ ਕਬਜ਼ਾ ਚਾਹੁੰਦੇ ਸੀ ਤੇ ਉਹਨਾਂ ਨੇ ਪੁਲਿਸ ਦੀ ਜਿਹੜੀ ਆ ਜਾ ਕੇ ਆਪਣਾ ਇਤਲਾਹ ਦਿੱਤੀ ਤੇ ਉਹਨਾਂ ਨੇ ਕਾਰਵਾਈ ਕੀਤੀ। ਇੱਕ ਗੱਲ ਇਹ ਹੈ, ਮਾਨ ਸਾਹਿਬ ਕਹਿੰਦੇ ਵੀ ਜਿਹੜੇ ਪੁਲਿਸ ਚੰਨਣ ਸਿੰਘ ਸੀ ਉਹ ਨਿਰਦੋਸ਼ ਸੀ, ਉਹਨੂੰ ਭਗਤ ਸਿੰਘ ਨੇ ਮਾਰਿਆ, ਉਹ ਸੀ ਤਾਂ ਬ੍ਰਿਟਿਸ਼ ਸਰਕਾਰ ਦਾ ਉਹ ਮੁਲਾਜ਼ਮ। ਦੂਜੇ ਪਾਸੇ ਬਲਵਿੰਦਰ ਸਿੰਘ ਜਟਾਣਾ ਨੇ ਉਹ ਇਸ ਸਮੇਂ ਦੀ ਸਰਕਾਰ ਦਾ ਇੱਕ ਇੰਜੀਨੀਅਰ ਮਾਰੇ ਹੈ, ਉਹ ਵੀ ਤਾਂ ਇੰਜੀਨੀਅਰ ਸਰਕਾਰ ਦੀ ਨੌਕਰ ਸੀ, ਉਹ ਤਾਂ ਬੇਕਸੂਰ ਸੀ, ਉਹਨਾਂ ਨੇ ਤਾਂ ਨਹਿਰ ਬਣਾਉਣੀ ਸੀ, ਉਹਨਾਂ ਤੋਂ ਪਾਸ ਕਰਨਾ ਸੀ, ਉਹਨਾਂ ਦਾ ਕੋਈ ਕਸੂਰ ਨਹੀਂ ਸੀ, ਫਿਰ ਉਹਨਾਂ ਨੂੰ ਆਪਾਂ ਸ਼ਹੀਦ ਕਿਵੇਂ ਕਵਾਂਗੇ? ਫਿਰ ਇੱਥੇ ਆ ਗਈ ਨਾ ਗੱਲ, ਹੁਣ ਉਹ ਤਾਂ ਭਾਰਤ ਦਾ ਸ਼ਹੀਦ ਆ, ਇਹ ਖਾਲਸਾ ਦਾ ਸ਼ਹੀਦ ਆ, ਹੁਣ ਇਹ ਤੋਲਣਾ ਪੈਣਾ। ਹੁਣ ਬੇਕਸੂਰ ਆ ਮੰਨ ਲਿਆ, ਇਹਨਾਂ ਨੂੰ ਵੀ ਅੱਤਵਾਦੀ ਕਹਿਣਾ ਪਊ। ਸੁਣੋ ਮੈਂ ਤੁਹਾਡੇ ਮੁਤਾਬਕ ਇਹ ਅੱਤਵਾਦੀ ਆ ਹਨਾ, ਜਾਂ ਇਹ ਭਾਰਤ ਦੇ ਮੁਤਾਬਕ, ਤੇ ਸਾਡੇ ਮੁਤਾਬਕ ਉਹ ਕੁਝ ਨਹੀਂ ਹੈਗੇ, ਅਸੀਂ ਨਹੀਂ ਮੰਨ ਸਕਦੇ। ਕਿਉਂਕਿ ਹੁਣ ਗੱਲ ਇਹ ਆ ਵੀਰੇ ਵੀ ਜੇ ਆਪਾਂ ਗੱਲ ਕੀਤੀ ਤੁਸੀਂ ਮਾਨ ਸਾਹਿਬ ਦੇ ਉਹ ਚੰਨਣ ਸਿੰਘ ਬਾਰੇ ਹਨਾ, ਵੀ ਚੰਨਣ ਸਿੰਘ ਉਹਨਾਂ ਦਾ ਮਤਲਬ ਗੁਲਾਮ ਸੀਗਾ, ਉਹਨਾਂ ਦਾ ਅਫਸਰ ਸੀ, ਤਾਂ ਹੁਣ ਇਹ ਤਾਂ ਗੱਲ ਕਲੀਅਰ ਹੋ ਗਈ ਵੀ ਸਾਡੇ ਵਾਲੇ ਜਿਹੜੇ ਆ ਇੱਕ ਤਰਫੀ, ਕਿਉਂਕਿ ਇਹਨਾਂ ਨੇ ਬਹਿਸ ਛੇੜੀ ਸੀ ਸੰਤਾਂ ਬਾਰੇ ਚ ਆਮ ਆਦਮੀ ਪਾਰਟੀ ਨੇ। ਸਾਡਾ ਸਿੱਧ ਹੋ ਗਿਆ ਵੀ ਅਸੀਂ ਇੱਕ ਪਾਸੇ ਖੜੇ, ਲੀ ਖਿੱਚੀ ਸਾਡੀ ਤਾਂ ਵੀ ਭਾਰਤ ਸਾਡੇ ਨਾਲ ਨਾਇਨਸਾਫੀ ਕਰਦਾ, ਜੋ ਉਹਨਾਂ ਦੇ ਲਈ ਕਰ ਗਿਆ ਉਹਨਾਂ ਲਈ ਹੋ ਸਕਦਾ, ਸਾਡੇ ਲਈ ਨਹੀਂ। ਸਾਡੇ ਲਈ ਜਿਨ੍ਹਾਂ ਨੇ ਲੜਾਈ ਲੜੀ ਆ 78 ਤੋਂ ਬਾਅਦ ਵਾਲੇ ਸਾਡੇ ਜਿਹੜੇ ਸ਼ਹੀਦ ਆ 78 ਦੇ ਸ਼ਹੀਦ ਆ, ਉਹ ਸਾਡੀ ਕੌਮ ਦੀ ਕੌਮੀਅਤ ਲੜਾਈ ਲੜ ਕੇ ਸ਼ਹੀਦ ਹੋਏ ਆ। ਦੂਜੀ ਗੱਲ, ਜਿਹੜਾ ਗੋਰਿਆਂ ਲਈ ਲੜ ਰਿਹਾ ਸੀ ਉਹਨਾਂ ਦਾ ਅਫਸਰ ਸੀ। ਅੱਜ ਕੀ ਗੱਲ ਬਈ, ਅੱਜ ਅੱਧੋ ਵੱਧ ਮੁਲਕ ਜਿਹੜਾ ਭਾਰਤ ਸਮੇਤ ਪੰਜਾਬ ਦੇ ਉਸੇ ਗੋਰਿਆਂ ਦੀ ਜਿਹੜੇ ਲੰਡਨ ਦੇ ਵਿੱਚ ਵੀ ਆ, ਅਮਰੀਕਾ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ ਆ, ਉਹਨਾਂ ਦੀ ਸ਼ਰਨ ਲੈ ਕੇ ਪੜ੍ਹਾਈਆਂ ਦੇ ਤੌਰ ਤੇ ਲੱਖਾਂ ਰੁਪਈਆ ਲਾ ਕੇ ਸਾਡੇ ਲੋਕ ਕਿਉਂ ਸ਼ਰਨ ਲੈ ਰਹੇ ਆ? ਕਿਉਂ ਸਾਹਿਬ ਵੀ ਚਿੱਠੀਆਂ ਵੇਚਦੇ ਆ ਕਹਿੰਦੇ, ਕਿਉਂ ਦੇ ਰਹੇ ਆ? ਕਿਉਂਕਿ ਸਾਡੇ ਨਾਲ ਤਾਂ ਨਾਇਨਸਾਫੀ ਹੋ ਰਹੀ ਨਾ, ਮਾਨ ਸਾਹਿਬ ਚਿੱਠੀ ਤਾਂ ਜਾਂਦੀ ਆ ਵੀ ਨਾਇਨਸਾਫੀ ਹੋ ਰਹੀ ਆ। ਨਹੀਂ ਵੇਚਦੇ ਨਹੀਂ ਨਾ, ਉੱਥੇ ਬੋਲੀ ਨਹੀਂ ਲੱਗੀ ਵੀ ਆ ਫੋਨ 20,000 ਦਾ, ਬੋਲੀ ਨਹੀਂ ਲੱਗੀ ਕੋਈ। ਉਹ ਤੁਹਾਡੀ ਲੋੜ ਹੈ, ਮਨਜਿੰਦਰ ਜੀ ਨੂੰ ਜੇਕਰ ਲੋੜ ਆ ਤੇ ਇਹਦੇ ਕੋਲੇ ਬਹੁਤੀ ਪਹੁੰਚ ਨਹੀਂ ਹੈਗੀ ਤਾਂ ਪਾਰਟੀ ਨੂੰ ਥੋੜਾ ਬਹੁਤਾ ਫੰਡ ਦੇ ਦਿੰਦਾ। ਜਿਹੜਾ 50 ਲੱਖ ਲਾ ਰਿਹਾ ਤੇ ਤਨਾਟ ਆ, ਉਹ ਜੇ ਲੱਖ ਰੁਪਈਆ ਪਾਰਟੀ ਫੰਡ ਦੇ ਦੂਗਾ ਤੇ ਕਿੱਡੀ ਗੱਲ ਆ। ਦੂਜੀਆਂ ਪਾਰਟੀਆਂ ਵੀ ਇਦਾਂ ਚੱਲਦੀਆਂ ਨਾ, ਉਹ ਕੀ ਕਰਦੀਆਂ, ਇਧਰੋਂ ਟਰਾਲਾ ਆਇਆ ਰੇਤਾ ਦਾ, ਉਹਨੂੰ ਜੇਕਰ 20,000 ਦਾ ਟਰਾਲਾ ਵੇਚਣਾ 5,000 MLA ਨੂੰ ਆਉਂਦਾ ਨਾ, ਹੋ ਰਿਹਾ ਨਾ, ਆਪਾਂ ਤੁਹਾਨੂੰ ਵੀ ਪਤਾ ਪਿੱਛੇ ਸਾਰੀਆਂ ਸਰਕਾਰਾਂ 'ਚ ਹੋਇਆ। ਸੋ ਇਹ ਆ ਵੀ ਇਹ ਨਜਾਇਜ਼ ਮਾਈਨਿੰਗ ਤੇ 2 ਨੰਬਰ ਦੇ ਚਿੱਟੇ ਧੰਦੇ ਤੇ ਨਸ਼ਿਆਂ ਦੇ ਸਾਰੇ ਸ਼ਰਾਬਾਂ ਦੇ ਧੰਦਿਆਂ 'ਚੋਂ ਇਹ ਪਾਰਟੀਆਂ ਕਮਾਈ ਜਾਂਦੀਆਂ, ਤੇ ਉਹ ਆਪਦੀ ਕੌਮ ਨੂੰ ਜੇ ਆਪਦੇ ਕੌਮ ਦੇ 4 ਬੰਦੇ ਸਿਕਿਉਰ ਹੁੰਦੇ ਆ, ਆਪਦੇ ਘਰ ਨੂੰ ਚਲਾਉਣ ਦੇ ਲਈ ਵਿਦੇਸ਼ਾਂ ਜਾ ਕੇ ਸ਼ਰਨ ਲੈਂਦੇ ਆ ਤੇ ਲੈ ਰਹੇ ਆ। ਪਰ ਵੱਡਾ ਸਵਾਲ ਇਹ ਆ ਕਿ ਭਾਰਤ ਦੇ ਬੜੇ ਕਮਿਊਨਿਸਟਾਂ ਦੀ ਗੱਲ ਕਰ ਲਓ, ਜਿਹੜੇ ਭਗਤ ਸਿੰਘ ਦੇ ਵਾਰਸ ਆ ਤੇ ਭਗਤ ਸਿੰਘ ਦੇ ਪੈਰੋਕਾਰ ਆ, ਤੇ ਉਹ ਕਹਿੰਦੇ ਵੀ ਭਾਰਤ ਦੇ ਲੜਿਆ, ਤੇ ਫਿਰ ਭਾਰਤ 'ਚ ਰਹਿ ਕਿਉਂ ਨਹੀਂ ਰਹੇ? ਕਿਉਂ ਭਾਰਤ ਛੱਡ ਰਹੇ? ਅਸੀਂ ਤਾਂ ਕਹਿੰਦੇ ਹਾਂ ਭਾਰਤ ਸਾਡੇ ਨਾਲ ਨਾਇਨਸਾਫੀ ਕਰਦਾ, ਅਸੀਂ ਤਾਂ ਬਗਾਨੇ ਦੇਸ਼ਾਂ ਤਾਂ ਜਾਂਦੇ ਹਾਂ। ਪਰ ਕਮਿਊਨਿਸਟਾਂ ਦਾ ਬਹੁਤ ਵੱਡਾ ਫਿਰਕਾ ਜਿਹੜਾ ਵਿਦੇਸ਼ਾਂ 'ਚ ਬੈਠਾ, ਕਾਹਤੋਂ ਬੈਠਾ ਵੀ? ਉਹਨਾਂ ਗੋਰਿਆਂ ਲਈ ਜਿਹਨਾਂ ਗੋਰਿਆਂ ਦੇ ਖਿਲਾਫ ਤੁਹਾਡਾ ਭਗਤ ਸਿੰਘ ਲੜਿਆ ਸੀ, ਉਹਨਾਂ ਗੋਰਿਆਂ ਦੀ ਸ਼ਰਨ ਕਿਉਂ ਲੈ ਰਹੇ ਆ? ਬਹੁਤ ਪੱਖੀ ਹੁਣ ਮੈਂ ਇਹ ਗੱਲ ਕਹਿ ਦਿੰਦਾ, ਜਿੰਨੇ ਆ ABCD ਗਾਇਕ ਦੇਖਦੇ ਆਪਾਂ, ਹੁਣ ਬੜੀ ਛੇਤੀ ਉੱਠਿਆ ਜੀ ਜਸਵੀਰ ਰਸੀ ਵਰਗੇ ਚਵਲਾ ਮਾਰਨ ਲੱਗੇ ਹੋਏ। ਮੈਨੂੰ ਇਹ ਗੱਲ ਕਹਿਣ 'ਚ ਕੋਈ ਇਤਰਾਜ਼ ਨਹੀਂ, ਤੇ ਸਾਰੇ ਸਿਟੀਜ਼ਨਸ਼ਿਪ ਫੰਡ ਲਈ ਬੈਠੇ ਆ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦੀਆਂ। ਕਾਹਤੋਂ ਲਈਆਂ ਬਈ? ਆਓ ਭਾਰਤ ਬੈਠੂਗਾ, ਜੇ ਤੁਹਾਡਾ ਐਡਾ ਭਗਤ ਸਿੰਘ ਨੇ ਤੁਹਾਡੇ ਲਈ ਕੁਰਬਾਨੀ ਕਰਕੇ ਜੇ ਯਾਦ ਕਰਵਾਇਆ, ਫਿਰ ਭਾਰਤ 'ਚ ਕਿਉਂ ਨਹੀਂ ਪੈਂਦੇ ਤੁਸੀਂ? ਤੁਹਾਡੇ ਲਈ ਆਜ਼ਾਦ ਭਾਰਤ ਆ, ਤੁਹਾਡੇ ਹੱਕਾਂ ਦੀ ਗੱਲ ਕਰਦਾ, ਤੁਹਾਡੇ ਰਾਈਟਸ ਆ ਇੱਥੇ, ਤੇ ਤੁਸੀਂ ਵਿਦੇਸ਼ਾਂ 'ਚ ਕਿਉਂ ਜਾ ਕੇ ਬੈਠੇ ਹੋ? ਕਿਉਂਕਿ ਇੱਥੇ ਇਨਸਿਕਿਉਰ ਹੋ ਤੁਸੀਂ। ਜਦ ਕਿ ਮੂਸੇ ਵਾਲਾ ਜਿਹੜਾ ਸਿੱਧੂ ਮਾਰਿਆ ਗਿਆ, ਬਾਈ ਦੀਪ ਮਾਰਿਆ ਗਿਆ, ਇਹ ਤੁਹਾਡੇ ਲੋਕਾਂ ਦੀ ਸਿਕਿਉਰਿਟੀ ਨਹੀਂ ਹੈਗੀ। ਇੱਥੇ ਮੁੰਡਾ ਚਾਹੇ ਕਿਸੇ ਪਾਰਟੀ ਦਾ ਸੀ, ਉਸ ਟਾਈਮ ਮੇਰੇ ਦਿਮਾਗ ਨੂੰ ਬਹੁਤ ਵੱਡਾ ਸ਼ੌਕ ਲੱਗਾ ਕਿ ਉਹ ਗੁਰਲਾਲ ਭਲਵਾਨ ਅਚਾਨਕ ਮੁੰਡਾ ਗੱਡੀ ਦੇ ਵਿੱਚ ਆ ਕੇ ਕੁਛ ਕੱਢਣ ਲੱਗਦਾ ਤੇ ਗੋਲੀ ਮਾਰ ਕੇ ਮੁੰਡਾ ਮਾਰਦਾ। ਯਾਰ ਕੋਈ ਗੱਲ ਥੋੜੀ ਹੈ, ਕੋਈ ਜਦੋਂ ਜੀ ਕਰਦਾ ਤੁਸੀਂ ਮੁੰਡੇ ਮਾਰੀ ਜਾਂਦੇ ਹੋ ਫੜ ਕੇ। ਇਹ ਸਿਕਿਉਰਿਟੀ ਤੁਹਾਡੇ ਭਾਰਤ ਦੀ ਆ, ਤਾਂ ਹੀ ਤੁਸੀਂ ਵਿਦੇਸ਼ਾਂ ਬੈਠੇ ਹੋ। ਤੁਹਾਨੂੰ ਲੱਗਦਾ ਵੀ ਇੱਕ ਅੱਧਾ ਖਾੜਾ ਲਾਓ ਪੰਜਾਬ 'ਚ ਆਓ ਤੇ ਬਾਅਦ 'ਚ ਬੱਲੇ ਬੱਲੇ ਜਾ ਕੇ ਕੈਨੇਡਾ ਅਮਰੀਕਾ 'ਚ ਕਰੋ। ਕਿਉਂ ਨਹੀਂ ਤੁਸੀਂ ਇੱਥੇ ਰਹਿੰਦੇ? ਇਹਨਾਂ ਲੋਕਾਂ ਲਈ ਸਵਾਲ ਹੈ ਵੀ ਜੇ ਤੁਹਾਡੇ ਲਈ ਭਾਰਤ ਯਾਦ ਹੋਇਆ ਨਾ, ਇੱਥੇ ਆ ਕੇ ਰਹੋ, ਤੁਹਾਨੂੰ ਪਤਾ ਲੱਗੇ ਵੀ ਇਹ ਜਿਹੜਾ ਤੁਸੀਂ ਯਾਦ ਕਰਵਾਇਆ ਹੈ ਕੀ। ਇੱਕ ਗੱਲ ਇੱਥੇ ਇਹ ਵੀ ਹੈ, ਮਾਨ ਸਾਹਿਬ ਮੇਰੀ ਇੱਕ ਨਿੱਜੀ ਇੰਟਰਵਿਊ ਦੇ ਵਿੱਚ ਵੀ ਕਹਿੰਦੇ, ਤੇ ਅੱਜ ਵੀ ਉਹਨਾਂ ਨੇ ਬਿਆਨ ਦਿੱਤਾ ਕਿ ਜਦ ਜਨਰਲ ਡਾਇਰ ਨੇ ਜਲ੍ਹਿਆਂਵਾਲੇ ਬਾਗ 'ਚ ਹਮਲਾ ਕੀਤਾ, ਉਹ ਕਹਿੰਦੇ ਮੇਰੇ ਪਹਿਲਾਂ ਬਹੁਤ ਸਮੇਂ ਪਹਿਲਾਂ ਮਾਫੀ ਮੰਗ ਚੁੱਕੇ, ਅਖਬਾਰੀ ਕਟਿੰਗ ਵੀ ਪਈ ਹੈ ਵੀ ਮੇਰੇ ਨਾਨਾ ਜੀ ਨੇ ਉਹਨੂੰ ਸਰੋਪਾ ਦਿੱਤਾ ਠੰਡਾ ਕਰਨ ਦੇ ਲਈ। ਇੱਕ ਬੰਦਾ ਸੈਂਕੜੇ ਲੋਕਾਂ ਦੀਆਂ ਜਾਨਾਂ ਲੈ ਕੇ ਆਇਆ, ਉਹਨੂੰ ਇੱਕ ਪਵਿੱਤਰ ਸਥਾਨ ਤੇ ਖੜ ਕੇ ਸਰੋਪਾ ਦੇਣਾ, ਇਹ ਕਿੰਨਾ ਕੁ ਜਾਇਜ਼ ਹੈ? ਮੈਂ ਇਹ ਗੱਲ ਤੁਹਾਡੀ ਸੁਣੀ ਵੀ ਹੈ ਮਾਨ ਸਾਹਿਬ ਦੀ, ਤੁਹਾਡੇ ਚੈਨਲ ਤੇ ਹੋਈ, ਤੁਹਾਡੇ ਨਾਲ ਗੱਲ ਹੋ ਰਹੀ ਸ਼ਾਇਦ ਮੈਂ ਸੁਣੀ ਆ।
ਪਰ ਉਸ ਤੋਂ ਬਾਅਦ ਮੈਨੂੰ ਉਹ ਤੁਹਾਡੀ ਸੁਣਨ ਤੋਂ ਬਾਅਦ, ਕਿਉਂਕਿ ਕੁਝ ਗੱਲਾਂ ਹੁੰਦੀਆਂ, ਚਾਹੇ ਮੈਨੂੰ ਤੁਹਾਡੇ ਨਾਲ ਮੇਰੀ ਕਾਫੀ ਪੁਰਾਣੀ ਸਾਂਝ ਹੋਵੇ, ਪਰ ਕੁਝ ਗੱਲਾਂ ਰਹਿ ਜਾਂਦੀਆਂ ਜਿਹੜੀਆਂ ਬੰਦੇ ਦੀਆਂ ਨਿੱਜੀ ਹੁੰਦੀਆਂ, ਨਹੀਂ ਪਤਾ ਹੁੰਦੀਆਂ, ਉਹ ਤੁਹਾਡੇ ਚੈਨਲ ਤੋਂ ਮੈਨੂੰ ਪਤਾ ਲੱਗਾ ਸੀ। ਤਾਂ ਉਸ ਤੋਂ ਬਾਅਦ ਮੈਂ ਉਹਦੇ ਬਾਰੇ ਜਦੋਂ ਜਾਣਕਾਰੀ ਲਈ ਤਾਂ ਮੈਨੂੰ ਇਹ ਪਤਾ ਲੱਗੀ ਕਿ ਸਰਦਾਰ ਮਾਨ ਨੇ ਇੱਕ ਕੈਲੰਡਰ ਜਾਰੀ ਕੀਤਾ ਸੀ। ਉਹ ਕੈਲੰਡਰ ਦੇ ਵਿੱਚ ਕੁਝ ਕੌਮ ਦੇ ਗਰਦਾਰਾਂ ਦਾ ਨਾਮ ਲਿਖਿਆ ਸੀਗਾ, ਫੋਟੋ ਸ਼ਾਇਦ ਲਾਈਆਂ ਸੀ ਨਾਲ, ਤੇ ਉਹਨਾਂ ਨੇ ਆਪਦੇ ਨਾਨੇ ਦਾ ਨਾਮ ਤੇ ਫੋਟੋ ਮੈਂਸ਼ਨ ਕੀਤੀ ਸੀ ਵੀ ਇਹ ਕੌਮ ਦੇ ਗਰਦਾਰਾਂ ਚਾਹੁੰਦਾ। ਸੋ ਉਹਨਾਂ ਨੇ ਇਹ ਵੀ ਕੀਤਾ ਸੀ, ਚਾਹੇ ਤੁਹਾਡੀ ਇੰਟਰਵਿਊ 'ਚੋਂ ਮੰਨ ਰਹੇ ਆ ਦਿੱਤਾ ਤਾਂ ਉਹ ਗੱਲ ਹੋ ਅਲੱਗ ਤੋਂ ਆ, ਪਰ ਮੈਨੂੰ ਇਹ ਗੱਲ ਕਿਸੇ ਸੋਰਸ ਤੋਂ ਪਤਾ ਲੱਗੀ ਆ, ਉਹਨਾਂ ਨੇ ਉਹਨਾਂ ਦੀ ਫੋਟੋ ਲਾਈ ਸੀ ਇਹ ਕੌਮ ਦਾ ਗਰਦਾਰ। ਜੋ ਕਹਿੰਦੇ ਮੇਰੇ ਨਾਨੇ ਨੇ ਸਹੀ ਕੀਤਾ ਸੀ, ਚਾਹੇ ਉਹ ਮੈਨੂੰ ਨਹੀਂ ਪਤਾ, ਕਿਉਂਕਿ ਕੰਪਲੀਟ ਬਿਆਨ ਨਹੀਂ ਤੁਹਾਡਾ ਸੁਣਿਆ, ਸਾਰਾ ਕਲੀਅਰ ਨਹੀਂ ਸੁਣਿਆ, ਪਰ ਉਹਨੇ ਅੱਜ ਵੀ ਦੁਬਾਰਾ ਬਿਆਨ ਆਇਆ, ਅੱਛਾ ਮੇਰਾ ਨਾਨਾ ਰੂੜ ਸਿੰਘ ਸਹੀ ਸੀ ਕਹਿੰਦੇ। ਹਾਂ ਦੇਖੋ, ਇੱਕ ਹੁੰਦੀ ਬਾਈ ਮਨਸ਼ਾ, ਤੁਹਾਡੀ ਮਨਸ਼ਾ ਕੀ ਆ, ਸੰਦਰਭ ਕੀ ਤੁਹਾਡਾ। ਇੱਕ ਤਾਂ ਹੁੰਦਾ ਨਾ ਵੀ ਉਹ ਬੰਦੇ ਨੂੰ ਇਹ ਗੱਲ ਦਾ ਕਹਿਣਾ ਵੀ ਜੋ ਤੂੰ ਕੀਤਾ ਸਹੀ ਕੀਤਾ, ਤੈਨੂੰ ਮੈਂ ਇਸ ਗੱਲੋਂ ਸਨਮਾਨ ਕਰਦਾ। ਜਿਵੇਂ ਮਾਨ ਸਾਹਿਬ ਦਾ ਬਿਆਨ ਆ, ਤਾਂ ਉਹ ਕਹਿੰਦੇ ਵੀ ਉਹਨੂੰ ਮੈਂ ਵੇਖਦਾ ਸੀਗਾ ਵੀ ਸ਼ਾਇਦ ਇਹ ਠਰਕੇ ਤੇ ਟਾਲਾ ਹੀ ਕਰਦੇ। ਗੱਲ ਤਾਂ ਮੋਦੀ ਨੂੰ ਵੀ ਠਾਰ ਲੈਣਾ ਚਾਹੀਦਾ ਆਪਾਂ ਨੂੰ ਤੇ ਹੱਕ ਲੈਣ ਲਈ। ਠਾਰ ਦੇਖੋ ਪਰ ਕੀ ਕਰ ਰਿਹਾ, ਸਾਡੇ ਕੁਝ ਫਿਰਕਾ ਹੋ ਰਿਹਾ ਨਾ, ਬੜੇ ਜਾ ਕੇ ਬਹਿੰਦੇ ਵੀ ਆਪਾਂ ਦੇਖਿਆ ਨਾ। ਮਾਨ ਸਾਹਿਬ ਹੁੰਦਾ ਨਾ, ਨਹੀਂ ਕੁਝ ਫਿਰਕਾ ਹੈਗਾ ਨਾ ਬਈ, ਉਹਨਾਂ ਨੇ ਇੰਦਰਾ ਗਾਂਧੀ ਬਾਰੇ ਵੀ ਕੀਤੀ ਆ, ਪਰ ਜਿਨ੍ਹਾਂ ਨੇ ਮਤੇ ਵੇਚਦੇ ਲੌਂਗੋਵਾਲ ਬਦਲ ਲੱਗਿਆ ਨੇ, ਹੁਣ ਉਹਨਾਂ ਦਾ ਹੀ ਕਰਾਂਗੇ। ਕਿਸੇ ਨੇ ਸਮਝੌਤਾ ਤਾਂ ਨਹੀਂ ਨਾ ਕੀਤਾ। ਜੇ ਮਾਨ ਸਾਹਿਬ ਨੇ ਜਗਜਾਰ ਗੱਲ ਕੀਤੀ ਆ, ਕਬੂਲੀ ਆ ਨਾ, ਪਿੱਠ ਤਾਂ ਨਹੀਂ ਦਿਖਾਈ ਨਾ, ਭੱਜੇ ਤਾਂ ਨਹੀਂ, ਕਿਤੇ ਇਹ ਤਾਂ ਨਹੀਂ ਕਿਹਾ ਨਾ ਮੈਂ ਤਾਂ ਗੱਲ ਕੀਤੀ ਨਹੀਂ ਜਾਂ ਸਾਡੇ ਹੋਈ ਨਹੀਂ, ਮੇਰੇ ਨਾਨੇ ਨੇ ਕੀਤਾ ਨਹੀਂ, ਪਰ ਉਹ ਕਬੂਲ ਗਏ ਤੁਹਾਡੇ ਕੋਲੇ ਪਬਲਿਕਲੀ, ਤੁਹਾਡੇ ਚੈਨਲ ਤੇ ਕਬੂਲ ਗਏ। ਸੋ ਉਹ ਸੰਦਰਭ ਇਹੀ ਹੈ ਬਈ ਕਿ ਸਮੇਂ ਦੇ ਨਿਯਾਕਤ ਸਮਝੀ ਉਹਨਾਂ ਨੇ ਸ਼ਾਇਦ ਸੋਚਿਆ ਕਿ ਇਹ ਮਸਲੇ ਦਾ ਹੱਲ ਹੋ ਸਕੇ, ਕਿਉਂਕਿ ਹਰ ਬੰਦਾ ਆਪਦੇ ਸਮੇਂ ਦੇ ਮੁਤਾਬਕ ਜਿੰਨੀ ਕੁ ਪਾਵਰ ਰੱਖਦਾ, ਹਰ ਸੋਰਸ ਲਾਉਂਦਾ ਵੀ ਮੈਂ ਆਪਦੇ ਪੰਜਾਬ ਦੇ ਲਈ ਕੰਮ ਕਰਾਂ, ਕਿਉਂਕਿ ਮੇਰਾ ਕੀ ਵਜੂਦ ਆ, ਪਰ ਮੈਂ ਜ਼ੋਰ ਲਾਵਾਂ ਮੇਰਾ ਮਤਲਬ ਆਲੇ ਦੁਆਲੇ ਦੀ ਅੱਗ ਬੁਝੇ, ਚਾਹੁੰਦੇ ਪਾਣੀ ਪਾਉਣੇ ਆਪਾਂ। ਸੋ ਇਸੇ ਤਰੀਕੇ ਨਾਲ ਮੈਨੂੰ ਲੱਗਦਾ ਉਹਨਾਂ ਨੇ ਜਿਵੇਂ ਬਿਆਨ ਦਿੱਤਾ, ਉਹਨਾਂ ਦਾ ਬਿਆਨ ਹੈ, ਉਹਨਾਂ ਦੀ ਮਨਸ਼ਾ ਹੈ ਜਗਜ਼ਾਰ ਹੁੰਦੀ ਆ ਕਿ ਉਹ ਤਬਕਾ ਪਾ ਕੇ ਵੇਖਦੇ ਸੀ ਵੀ ਸ਼ਾਇਦ ਅੱਗ ਬੁਝ ਜੇ। ਉਹਨਾਂ ਨੇ ਬਾਅਦ 'ਚ ਸਨਮਾਨ ਥੋੜ੍ਹੀ ਕੀਤਾ, ਬਾਅਦ 'ਚ ਤਾਂ ਬਿਕਰਮਜੀਤ ਮਜੀਠੀਏ ਦੇ ਪਰਿਵਾਰ ਦੀਆਂ, ਉਹ ਸੁੰਦਰ ਸਿੰਘ ਮਜੀਠੀਏ ਹੋਣੇ ਤੁਸੀਂ ਸੁਣੀਆਂ ਹੀ, ਫਿਰ ਉਹ ਤਾਂ ਉਹ ਕੰਮ ਹੁੰਦੇ ਉਹਦੇ ਬਾਅਦ। ਇੱਕ ਗੱਲ ਮੈਂ ਆਖਰੀ ਸਵਾਲ ਲਊਂਗਾ ਵੀ ਜਿਹੜਾ ਮਾਨ ਸਾਹਿਬ ਦਾ ਭਗਤ ਸਿੰਘ ਬਿਆਰੇ ਬਿਆਨ ਹੈ, ਉਹ ਮਾਨ ਸਾਹਿਬ ਦਾ ਹੈ ਕਿ ਤੁਹਾਡੀ ਪਾਰਟੀ ਦਾ? ਨਹੀਂ ਦੇਖੋ, ਉਹ ਮਾਨ ਸਾਹਿਬ ਉਹਦੇ ਬਾਰੇ ਉਹਨਾਂ ਨੇ ਅਧਿਆਇ ਕੀਤਾ, ਮਾਨ ਸਾਹਿਬ ਨੇ ਉਹਨਾਂ ਨੇ ਉਹਦੇ ਬਾਰੇ ਕੇਸ ਲੜਿਆ। ਜੋ ਸਾਡੀ ਖੁੱਲ੍ਹਮ ਖੁੱਲੀ ਉਹਦੇ 'ਤੇ ਗੱਲ ਹੋਊਗੀ ਤਾਂ ਅਸੀਂ ਹੋਰ ਵੀ ਉਹਨਾਂ ਤੋਂ ਸਿੱਖਾਂਗੇ, ਪਰ ਸਟੈਂਡ ਸਾਡਾ ਕੀ ਇਹ ਕਲੀਅਰ ਹੈ ਕਿ ਸਾਡੇ ਲਈ ਲੜਿਆ ਨਹੀਂ, ਸਾਡਾ ਸ਼ਹੀਦ ਨਹੀਂ। ਇਹਦੀ ਸਾਫ਼ ਗੱਲ ਆ, ਸਾਡੇ ਲਈ ਲੜਨ ਵਾਲੇ ਸਾਡੇ ਸ਼ਹੀਦ ਹੋ ਸਕਦੇ ਆ, ਕਿਉਂਕਿ ਸਾਡੇ ਦਾ ਹੱਕ ਕੁਚਲਿਆ ਇਸ ਭਾਰਤ ਨੇ। ਸ਼ਾਇਦ ਅਸੀਂ ਗੋਰਿਆਂ ਦੇ, ਮੈਂ ਇਹ ਗੱਲ ਅੱਜ ਵੀ ਕਹਿਣਾ ਕਿ ਸ਼ਾਇਦ ਅਸੀਂ ਇਹਨਾਂ ਦੇ ਰਾਜ ਨਾਲੋਂ ਗੋਰਿਆਂ ਦੇ ਰਾਜ 'ਚ ਬੈਠੇ ਹੁੰਦੇ ਤੇ ਸਾਨੂੰ ਕੁਛ ਨਾ ਕੁਛ ਇਹਨਾਂ ਨਾਲੋਂ ਆਹ ਜਿਵੇਂ ਬਾਹਰ ਜਾ ਕੇ ਦਿਹਾੜੀਆਂ ਕਰਦੇ ਆ ਤਾਂ ਉਹ ਇੱਥੇ ਕਰੀ ਜਾਂਦੇ, ਕਮ ਸੇ ਕਮ ਸਾਡੇ ਕੌਮੀ ਅਧਿਕਾਰ ਤਾਂ ਕੋਈ ਨਾ ਕੋਈ ਸਾਡੇ ਵੱਸ 'ਚ ਹੁੰਦੇ ਨਾ। ਸਾਡਾ ਆਪਦਾ ਵੀ ਰਾਜ ਰਿਹਾ, ਸਾਨੂੰ ਪਤਾ ਵੀ ਰਾਜ ਕਿੱਦਾਂ ਦੇ ਹੁੰਦੇ ਆ। ਸਾਡੇ ਰਾਜ ਦੇ ਵਿੱਚ ਕੋਈ ਦੱਸਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਖਾਲਸੇ ਦਾ, ਉਦੋਂ ਕਿਸੇ ਕੌਮ ਨਾਲ, ਫਿਰਕੇ ਨਾਲ, ਖਾਸ ਫਿਰਕੇ ਨਾਲ ਧੱਕਾ ਹੋਇਆ ਹੋਵੇ, ਇਹ ਨਹੀਂ ਨਾ ਹੋਇਆ, ਤਾਂ ਫਿਰ ਕੋਈ ਇਹ ਗੱਲ ਸਵਾਲ ਨਹੀਂ ਚੱਕ ਸਕਦਾ। ਸਾਡੇ ਰਾਜ ਤੇ ਸਵਾਲ ਚੱਕੇ ਤਾਂ ਕੋਈ ਕਵੇ ਸਾਨੂੰ ਚੁੱਪ ਕਰਾਵੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਗੱਲਬਾਤ ਕੀਤੀ ਸਾਡੇ ਨਾਲ ਗੁਰਸੇਵਕ ਭਾਣਾ ਜੀ ਸੀ, ਉਹਨਾਂ ਨੇ ਕਿਹਾ ਕਿ ਜੋ ਸਾਡੇ ਲਈ ਲੜਿਆ ਅਸੀਂ ਉਹਨੂੰ ਸ਼ਹੀਦ ਮੰਨਾਂਗੇ, ਜੋ ਸਾਡੇ ਲਈ ਨਹੀਂ ਲੜਿਆ ਉਹਨੂੰ ਅਸੀਂ ਸ਼ਹੀਦ ਨਹੀਂ ਮੰਨਦੇ। ਮਾਨ ਸਾਹਿਬ ਦੇ ਬਿਆਨ ਨਾਲ ਕਹਿੰਦੇ ਅਸੀਂ ਸਹਿਮਤ ਹਾਂ, ਮਾਨ ਸਾਹਿਬ ਨੇ ਅਧਿਐਨ ਕਰਕੇ ਕੇਸ ਲੜ ਕੇ ਇਹ ਗੱਲ ਸਾਹਮਣੇ ਲੈ ਕੇ ਆਂਦੀ ਹੈ। ਤੇ ਮਾਨ ਸਾਹਿਬ ਦੇ ਜਿਹੜੀਆਂ ਬਾਕੀ ਗੱਲਾਂ ਉਹਨਾਂ ਤੇ ਕੋਈ ਭਾਰਤ ਦੇ ਸੰਵਿਧਾਨ ਦੀ ਸਹੁੰ ਦੀ, ਉਹ ਕਹਿੰਦੇ ਵੀ ਅਸੀਂ ਗੁਲਾਮ ਹੈ, ਸਾਨੂੰ ਚੱਕਣੀ ਪੈਂਦੀ ਹੈ, ਜਦ ਸਾਡਾ ਆਪਣਾ ਦੇਸ਼ ਹੋ ਗਿਆ ਫਿਰ ਅਸੀਂ ਆਪਣੇ ਸੰਵਿਧਾਨ ਦੇ ਤੇ ਆਪਣੇ ਮੁਤਾਬਕ ਹੀ ਚੱਲਾਂਗੇ। ਕੈਮਰਾ ਪਰਸਨ ਹਿਮਤਾਜ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਅਵਾਜ਼ ਟੀਵੀ।